तिन संतन को बंदना सिर चरणन पर तार। एक ओंकार सतगुरु ते प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। कबित बदरी अनेक खरी, हरि हरि शोभ खरी। काम की तपत हरि, हेरी एक ढाल की। जड है अखंड गन, ठाडी है करीर पीर। चाल दल चला चल, दल कल जाल की। बदरी अनेक खरी, हरि हरि शोभ खरी। वाहिगुरु जी का खालसा, वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज। कलयुग की तारणहार शब्द गुरु। दसां ही पातशाहियों के आत्मिक स्वरूप सतगुरु। जुगो जुग अटल सतगुरु। तखत छत्र चवर दे मालिक सतगुरु। शब्दा अवतार सतगुरु। धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठी गुरु खालसा साध संगत जीओ। सतगुरु जी की महान बख्शिश का सदका इस महान पवित्र अस्थान ते गुरुद्वारा लंगर साहिब विखे महाराज साहिब जी की पावन हजूरी अंदर संध्या दे दीवान सजे हैं। सजे हो दीवाना अंदर लड़ीवार गुर इतिहास की कथा विचार का समा होया है, जिस विच धन सतगुरु श्री गुरु अर्जन देव साहिब महाराज साहिब जी दे जीवन कौतुकां दे लड़ीवार प्रसंगां दे विचार चल रहे हैं। आओ साध संगत जी शरधा भावना सहित महाराज साहिब जी के चरणों में बैठ के सतगुरु जी का पवित्र इतिहास सरवण करके लाहे प्राप्त करिए। जिवें पिछले दीवाना विच आप जी ने प्रसंग की विचार सरवण कीती सी, धन सतगुरु श्री गुरु अर्जन देव साहिब जी महाराज गुरबाणी दियां पोथियां सेम जदों लै करके आए है, गोंदवाल साहिब तो खडूर साहिब नगर विच महाराज साहिब जी रुके है। बाबा दातू जी ने महाराज सच्चे पातशाह जी तो अपनी भुल बख्शाई है। फिर बाबा दासू जी दे नाल भी मिलाप होया। खडूर साहिब तो चलते हुए महाराज सच्चे पातशाह जी रस्ते विच आउंदियां होया जिहड़ी कोई सिख संगत महाराज साहिब जी नूं मिलदी है, बड़े अदब सहित सत्कार दे सहित तरह तरह के उपहार भेटावां महाराज साहिब जी के चरणों में अर्पण करते हैं। तो सतगुरु जी ने गुरबाणी का बहुत ज़्यादा अदब करना कीता। जदों तो गोंदवाल साहिब की धरती तो महाराज साहिब जी तुरे सन, सिख संगत दे नाल हाथ में चौर साहिब लैके नंगे चरणी महाराज साहिब जी खब्बे हाथ हो के गुरबाणी दियां पोथियां साहिब पर चौर करते हो सतगुरां ने आउणा कीता।
ਤੇ 2 ਕੋਹ ਦੀ ਵਾਰ ਜਦੋਂ ਰਹਿ ਗਈ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਵਿੱਚ, ਜਿੱਥੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ ਹੈ। ਇੱਧਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਹੋਰ ਜਿਹੜੇ ਪਿਆਰ ਵਾਲੇ ਮੁਖੀ ਸਿੱਖ ਸਨ ਗੁਰੂ ਘਰ ਦੇ, ਤਿੰਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਿਸ ਕਾਰਜ ਲਈ ਗਏ ਸਨ, ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕੇ ਆ ਗਏ ਆ, ਨੇੜੇ ਹੀ ਮਹਾਰਾਜ ਸਾਹਿਬ ਜੀ ਪਹੁੰਚ ਗਏ ਨੇ। ਬੜਾ ਮਨ ਵਿੱਚ ਬਹੁਤ ਭਾਰੀ ਉਤਸ਼ਾਹ ਪੈਦਾ ਹੋਇਆ। ਮਾਤਾ ਗੰਗਾ ਜੀ ਨੇ ਵੀ ਬੜੀ ਖੁਸ਼ੀ ਪ੍ਰਗਟ ਕੀਤੀ ਹੈ। ਹਜੂਰ ਦੇ ਸਾਹਿਬਜ਼ਾਦਾ ਜੀ ਬਾਲਕ ਅਵਸਥਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਹੋਰ ਵੀ ਨਗਰ ਦੀਆਂ ਬਹੁਤ ਸਾਰੀਆਂ ਸਿੱਖ ਸੰਗਤਾਂ ਉਹ ਸਤਿਕਾਰ ਵਜੋਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਗਏ ਹੈ। ਸਿੱਖਾਂ ਨੇ ਬਹੁਤ ਸਾਰਾ ਮਿੱਠਾ ਕੜਾਹ ਪ੍ਰਸ਼ਾਦ ਵੀ ਤਿਆਰ ਕੀਤਾ। ਕਈ ਸਿੱਖਾਂ ਨੇ ਹੱਥਾਂ ਵਿੱਚ ਇਤਰ ਇਤਿਆਦਿਕ ਲੈਣਾ ਕੀਤੇ ਆ। ਗੁਲਾਬ ਦੀ ਖੁਸ਼ਬੂ ਵਾਲੇ ਇਤਰ ਕੱਢੇ ਹੋਏ ਆ, ਗੁਲਾਬ ਜਲ ਹੈ। ਕਈਆਂ ਸਿੱਖਾਂ ਨੇ ਹੱਥਾਂ ਵਿੱਚ ਧੂਪ ਧੁਖਾ ਕਰਕੇ ਫੜੇ ਹੋਏ ਆ। ਕਈ ਸਿੱਖ ਸੰਖ ਲੈ ਕਰਕੇ, ਨਫੀਰੀਆਂ ਲੈ ਕੇ ਸਾਰੇ ਸੰਗਤ ਜੀ ਵਜਾਉਣ ਦੇ ਵਾਸਤੇ ਨਾਲ ਲੈ ਕੇ ਜਾ ਰਹੇ ਨੇ। ਔਰ ਕਈ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਫੁੱਲ ਲਏ ਆ ਵਰਖਾ ਕਰਨ ਦੇ ਲਈ। ਕਈਆਂ ਨੇ ਫੁੱਲਾਂ ਦੀਆਂ ਮਾਲਾ ਬਣਾਈਆਂ ਨੇ। ਇਹੋ ਤਰ੍ਹਾਂ ਤਰ੍ਹਾਂ ਦੇ ਉਪਹਾਰ ਭੇਟਾਵਾਂ ਵੀ ਨਗਰ ਦੀਆਂ ਸੰਗਤਾਂ ਲੈ ਕਰਕੇ ਗਏ ਹੈ, ਜਿਨ੍ਹਾਂ ਨੇ ਮਨ ਵਿੱਚ ਬਹੁਤ ਭਾਰੀ ਉਤਸ਼ਾਹ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਦੀਦਾਰ ਕਰਨੇ। ਕਿੰਨੇ ਦਿਨਾਂ ਬਾਅਦ ਅੱਜ ਦਰਸ਼ਨ ਪ੍ਰਾਪਤ ਹੋਣੇ ਹੈ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਮਾਤਰ ਹੀ ਜੀਵ ਦੇ ਕਿੰਨੇ ਕਿੰਨੇ ਪਾਪ ਕਰਮ ਕੱਟੇ ਜਾਂਦੇ। ਹਰ ਰੋਜ਼ ਨਿਯਮ ਦੇ ਨਾਲ ਜਿਹੜੇ ਸਿੱਖ ਦਰਸ਼ਨ ਕਰਦੇ ਸਨ, ਮਹਾਰਾਜ ਸਾਹਿਬ ਜੀ ਕਿੰਨੇ ਦਿਨਾਂ ਬਾਅਦ ਜਾਏ ਹੈ। ਮਨ ਵਿੱਚ ਬਹੁਤ ਜ਼ਿਆਦਾ ਉਤਲਾਵਤ ਹੋ ਕੇ ਕਾਹਲੀ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਗਏ ਹੈ। ਜਿੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਮੁਖੀ ਸਿੱਖ ਹੈ, ਉੱਥੇ ਹਜੂਰ ਦੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਕ ਅਵਸਥਾ ਭਾਵੇਂ, ਪਰ ਕਾਹਲੀ ਦੇ ਨਾਲ ਨਾਲ ਚੱਲ ਕਰਕੇ ਮਹਾਰਾਜ ਦੇ ਪਿਤਾ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਗਏ ਹੈ। ਸੱਚੇ ਪਾਤਸ਼ਾਹ ਦੇ ਕੋਲ ਜਾ ਕਰਕੇ ਨਮਸਕਾਰ ਕੀਤੀ। ਮਹਾਰਾਜ ਸਾਹਿਬ ਜੀ ਨੇ ਸਾਹਿਬਜ਼ਾਦਾ ਜੀ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਕੁਸ਼ਲ ਸੁਖ ਸ਼ਾਂਤੀ ਪੁੱਛੀ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਾਰੇ ਪਾਸੇ ਆਪ ਜੀ ਦੀ ਕਿਰਪਾ ਵਰਤ ਰਹੀ ਹੈ। ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੁੱਖਾਂ ਦੇ ਸਹਿਤ ਆਨੰਦ ਪ੍ਰਸੰਨ ਹੈ। ਸਾਰੀਆਂ ਸਿੱਖ ਸੰਗਤਾਂ ਵੀ ਤੁਹਾਡੀ ਕਿਰਪਾ ਹੈ। ਪਰਿਵਾਰ ਵਿੱਚ ਵੀ ਮਹਾਰਾਜ ਕੁਸ਼ਲ ਸੁਖ ਸ਼ਾਂਤੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਦੱਸਿਆ। ਫਿਰ ਸ਼ਾਮ ਦਾ ਵਕਤ ਹੋ ਚੁੱਕਾ ਹੈ। ਚੱਲਣ ਦੇ ਵਾਸਤੇ ਤਿਆਰੀ ਕੀਤੀ। ਜਿਹੜੀਆਂ ਸਿੱਖ ਸੰਗਤਾਂ ਫੁੱਲਾਂ ਦੀਆਂ ਮਾਲਾ ਬਣਾ ਕਰਕੇ ਲੈ ਕੇ ਆਈ ਸਨ, ਉਹ ਪਾਲਕੀ ਦੇ ਉੱਪਰ ਸਜਾ ਦਿੱਤੀਆਂ ਗਈਆਂ ਨੇ। ਜਿਸ ਪਾਲਕੀ ਸਾਹਿਬ ਵਿੱਚ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਸੁਸ਼ੋਭਿਤ ਕੀਤੀਆਂ ਨੇ। ਬਹੁਤ ਹੀ ਸੋਹਣੀ ਉਹ ਪਾਲਕੀ ਸਜੀ ਹੋਈ ਨਜ਼ਰ ਆ ਰਹੀ। ਅਗਲੇ ਪਾਸੇ ਜਿਹੜੇ ਸਿੱਖ ਹੈ ਸੰਖ ਪੂਰਦੇ ਹੋਏ ਜਾ ਰਹੇ ਨੇ। ਕੋਈ ਨਫੀਰੀਆਂ ਵਜਾ ਰਿਹਾ ਹੈ, ਕੋਈ ਛੋਟੇ ਨਗਾਰਚੀਆਂ ਵਜਾ ਰਿਹਾ ਹੈ, ਔਰ ਕਿਸੇ ਨੇ ਹੱਥਾਂ ਵਿੱਚ ਢੋਲਕੀ ਪਕੜੀ ਹੋਈ ਹੈ। ਤੇ ਜਿਹੜੇ ਰਬਾਬੀ ਸਿੱਖ ਹੈ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹਦੇ ਹੋਏ ਨਾਲ ਨਾਲ ਜਾ ਰਹੇ ਨੇ। ਸਾਰੇ ਸਿੱਖ ਨੰਗੇ ਚਰਨੀ ਜਾ ਰਹੇ ਹੈ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹਦੇ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੈ, ਜੋ ਚੜ੍ਹਦੇ ਵਾਲੇ ਪਾਸੇ ਥੜਾ ਸਾਹਿਬ ਹੈ, ਇੱਥੇ ਲਿਆ ਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਬਿਰਾਜਮਾਨ ਕੀਤੀਆਂ। ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਸਾਰੀ ਰਾਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ। ਆਪ ਨੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਕੋਲ ਹੋ ਕਰਕੇ ਰਹਿਣਾ। ਸਾਰੀ ਰਾਤ ਜਿਵੇਂ ਰਹਿਣ ਸੁਭਾ ਕੀਰਤਨ ਹੁੰਦਾ ਹੈ, ਇਹਦਾ ਸਾਰੀ ਰਾਤ ਦੀਵਾਨ ਸਜੇ ਰਹੇ ਤੇ ਗੁਰੂ ਕੇ ਪਿਆਰ ਵਾਲੇ ਸਿੱਖ ਗੁਰਬਾਣੀ ਦਾ ਕੀਰਤਨ ਕਰਦੇ ਰਹੇ। ਸਤਿਗੁਰੂ ਜੀ ਆਪ ਜਾ ਕਰਕੇ
ਪੰਜ ਇਸ਼ਨਾਨਾਂ ਕਰਕੇ ਮਹਾਰਾਜ ਸਾਹਿਬ ਜੀ ਪਹਿਲਾਂ ਦਰਸ਼ਨੀ ਡਿਉੜੀ ਤੇ ਜਾ ਕੇ ਨਮਸਕਾਰ ਕੀਤੀ, ਫਿਰ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਹੋ ਗਏ। ਗਰੀਬ ਨਵਾਜ ਸਤਿਗੁਰੂ ਜੀ ਨੇ ਜਾ ਕੇ ਨਮਸਕਾਰ ਕੀਤੀ, ਅਰਦਾਸ ਕਰਕੇ 4 ਪ੍ਰਦਖਣਾ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਹੋਏ ਤੇ ਹਜੂਰ ਆਏ ਐ। ਸਜੇ ਹੋ ਦੀਵਾਨ ਵਿੱਚ ਆ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਕਿ ਕੋਈ ਐਸੀ ਇਕਾਂਤ ਜਗ੍ਹਾ ਲੱਭੀ ਜਾਵੇ ਜਿੱਥੇ ਇਕਾਂਤ ਹੋਵੇ, ਹਰਿਆਵਲਤਾ ਹੋਵੇ ਤੇ ਜਲ ਦਾ ਵੀ ਪ੍ਰਬੰਧ ਹੋਵੇ। ਭਾਈ ਗੁਰਦਾਸ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿਹੜੀ ਜਗ੍ਹਾ ਜਿਹੜਾ ਅਸਥਾਨ ਆਪ ਜੀ ਨੂੰ ਭਾਵੇ ਮਹਾਰਾਜ ਉਹੀ ਭਲਾ ਹੋਵੇਗਾ। ਜਿਹੜਾ ਤੁਹਾਨੂੰ ਭਾਗਿਆ ਨਾ ਮਹਾਰਾਜ ਉਹੀ ਰਮਣੀਕ, ਉਹੀ ਸੁੰਦਰ ਜਗ੍ਹਾ ਬਣ ਜਾਣੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨਾਲ ਫਿਰ ਚੱਲ ਕਰਕੇ ਆਏ। ਬਹੁਤ ਸੰਘਣੇ ਰੁੱਖ ਸਾਧ ਸੰਗਤ ਜੀ ਦੇਖ ਰਹੇ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਔਰ ਜਦੋਂ ਦੇਖਿਆ ਕਿ ਇੱਕ ਥਾਂ ਤੇ ਨੀਵੇਂ ਥਾਂ ਤੇ ਨਵਾਣ ਵਾਲੇ ਪਾਸੇ ਜਲ ਦਾ ਪਾਣੀ ਦਾ ਵੀ ਪ੍ਰਬੰਧ ਹੈ ਤੇ ਸਾਧ ਸੰਗਤ ਜੀ ਬਹੁਤ ਸੰਘਣੇ ਉੱਥੇ ਰੁੱਖ ਜਿਹੜੇ ਨਜ਼ਰ ਆ ਰਹੇ ਨੇ, ਬੜੀ ਹਰਿਆਵਲਤਾ ਹੈ ਜਿਹਦੇ ਵਿੱਚ ਬੇਰੀਆਂ, ਬੋਹੜ ਦੇ ਰੁੱਖ ਹੈ, ਕਰੀਰ ਦੇ ਰੁੱਖ ਹੈ। ਬਹੁਤ ਸੰਘਣੀ ਛਾਂ ਦੇਖ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਹੁਕਮ ਕੀਤਾ ਕਿ ਇਸ ਸਥਾਨ ਤੇ ਤਿਆਰੀ ਕੀਤੀ ਜਾਵੇ। ਇਥੋਂ ਤੱਕ ਅਸੀਂ ਕੱਲ ਦੇ ਦੀਵਾਨਾਂ ਵਿੱਚ ਪ੍ਰਸੰਗ ਦੀ ਵਿਚਾਰ ਸਰਵਣ ਕੀਤੀ ਸੀ। ਅੱਗੇ ਜਿਵੇਂ ਹੁਣ ਲੜੀਵਾਰ ਗੁਰ ਇਤਿਹਾਸ ਦੇ ਪ੍ਰਸੰਗ ਦੀ ਵਿਚਾਰ ਆ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਭਾਵਨਾ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਦਰੀ ਅਨੇਕ ਖਰੀ, ਹਰੀ ਹਰੀ ਸ਼ੋਭ ਖਰੀ। ਕਵੀ ਜੀ ਕਹਿੰਦੇ ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਜਗ੍ਹਾ ਦੀ ਭਾਲ ਕਰਦੇ ਹੋਏ ਨਾਲ ਭਾਈ ਗੁਰਦਾਸ ਸਾਹਿਬ ਜੀ ਹੋਰ ਵੀ ਪਿਆਰ ਵਾਲੇ ਸਿੱਖ ਸੱਚੇ ਪਾਤਸ਼ਾਹ ਜੀ ਨਾਲ ਚੱਲ ਕਰਕੇ ਆ ਰਹੇ ਨੇ, ਕੀ ਦੇਖਿਆ ਕਿ ਬਹੁਤ ਸਾਰੀ ਬੇਰੀਆਂ ਦੇ ਰੁੱਖ ਖੜੇ ਹੋਏ ਨਜ਼ਰ ਆ ਰਹੇ ਹੈ ਜਿਨ੍ਹਾਂ ਦੀ ਬੜੀ ਹੀ ਹਰਿਆਵਲਤਾ ਹੈ। ਹਰੇ ਭਰੇ ਐਨ ਬਹੁਤ ਸਾਰੇ ਬੇਰੀਆਂ ਦੇ ਰੁੱਖ ਖੜੇ ਹੋ ਨਜ਼ਰ ਆਏ ਆ। ਕਾਮ ਕੀ ਤਪਤ ਹਰੀ, ਹੈਰੀ ਏਕ ਢਾਲ ਕੀ ਦੇਖਿਆ ਕਿ ਬਹੁਤ ਸਾਰਾ ਜਿਵੇਂ ਝੁੰਡ ਹੁੰਦਾ ਨਾ ਰੁੱਖਾਂ ਦਾ, ਇੱਕ ਥਾਂ ਤੇ ਬਹੁਤ ਸਾਰੇ ਬੇਰੀਆਂ ਦੇ ਰੁੱਖ ਨਜ਼ਰ ਆਏ ਹੈ ਤੇ ਬੜੀ ਉਹਨਾਂ ਦੀ ਹਰਿਆਵਲਤਾ ਹੈ। ਭਾਵੇਂ ਬਹੁਤ ਭਾਰੀ ਤਪਸ਼ ਪੈ ਰਹੀ, ਬਹੁਤ ਜ਼ਿਆਦਾ ਗਰਮੀ ਹੈ, ਉਸ ਗਰਮੀ ਨੂੰ ਕਹਿੰਦੇ ਕਿ ਦੂਰ ਕਰਦੇ ਪਏ ਹੈ, ਇੰਨੀ ਜ਼ਿਆਦਾ ਹਰਿਆਵਲਤਾ ਹੈ। ਉੱਥੇ ਬੈਠਿਆ ਇਹੋ ਮਹਿਸੂਸ ਹੁੰਦਾ ਕਿ ਗਰਮੀ ਤੋਂ ਰਾਹਤ ਮਿਲਦੀ ਹੈ। ਜਦੋਂ ਸੰਘਣੀ ਛਾਂ ਹੋਵੇ ਤੇ ਸਾਧ ਸੰਗਤ ਜੀ ਜਿਹੜਾ ਸੂਰਜ ਦਾ ਤੇਜ ਹੈ ਨਾ ਉੱਥੇ ਘਟ ਜਾਂਦਾ ਹੈ। ਜਿੱਥੇ ਸੰਘਣੀ ਰੁੱਖਾਂ ਦੀ ਛਾਂ ਹੁੰਦੀ ਹੈ ਉੱਥੇ ਹਵਾ ਵੀ ਫਿਰ ਠੰਡੀ ਵਗ ਰਹੀ ਹੁੰਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਰਮਣੀਕ ਜਗ੍ਹਾ ਤੇ ਇਕਾਂਤ ਵਿੱਚ ਲੱਭਦੇ ਪਏ ਸਨ। ਤੇ ਕਵੀ ਜੀ ਕਹਿੰਦੇ ਜਦੋਂ ਸਤਿਗੁਰੂ ਜੀ ਚੱਲ ਕਰਕੇ ਆਏ ਹੈ ਐਸੀ ਕਹਿੰਦੇ ਹਰਿਆਵਲਤਾ ਸਹਿਤ ਉਸ ਜਗ੍ਹਾ ਨੂੰ ਦੇਖਿਆ ਹੈ। ਜੰਡ ਹੈ ਅਖੰਡ ਗਨ, ਠਾਡੀ ਹੈ ਕਰੀਰ ਪੀਰ। ਫਿਰ ਬਹੁਤ ਸਾਰੇ ਜਿਹੜੇ ਜੰਡ ਦੇ ਰੁੱਖ ਹੈ ਤੇ ਕਰੀਰ ਦੇ ਵੀ ਬਹੁਤ ਗਿਣਤੀ ਵਿੱਚ ਉੱਥੇ ਰੁੱਖ ਲੱਗੇ ਹੋਏ ਨਜ਼ਰ ਆ ਰਹੇ ਹੈ। ਬਹੁਤ ਭਾਰੀ ਸਾਰੀ ਸੰਗਤ ਜੀ ਗਿਣਤੀ ਵਿੱਚ ਹੈ। ਜਿੱਥੇ ਬੇਰੀਆਂ ਦੇ ਰੁੱਖ ਹੈ ਉੱਥੇ ਕਰੀਰ ਦੇ ਰੁੱਖ ਹੈ, ਜੰਡ ਦੇ ਰੁੱਖ ਹੈ ਜਿਨ੍ਹਾਂ ਦੀ ਬਹੁਤ ਜ਼ਿਆਦਾ ਸੰਘਣੀ ਛਾਂ ਹੈ। ਚੱਲ ਦਲ ਚਲਾ ਚੱਲ, ਦਲ ਕਲ ਜਾਲ ਕੀ। ਤੇ ਫਿਰ ਉੱਥੇ ਜਿਹੜੇ ਪਿੱਪਲ ਆ ਨਾ, ਬੋਹੜ ਦੇ ਰੁੱਖ ਹੈ, ਉਹ ਵੀ ਬਹੁਤ ਸਾਰਾ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਛਾਂ ਵੀ ਬੜੀ ਸੰਘਣੀ ਹੈ
ਪੱਤੇ ਜਿਨ੍ਹਾਂ ਦੇ ਬੜੇ ਹੀ ਚੰਚਲ ਹੈ। ਜਦੋਂ ਹਵਾ ਵਗਦੀ ਹੈ ਤੇ ਪੱਤੇ ਹਿਲਦੇ ਹੋਏ ਬੜੇ ਚੰਚਲਤਾ ਸਹਿਤ ਨਜ਼ਰ ਆਉਂਦੇ ਆ। ਸੁੰਦਰ ਸੁਖਦ ਛਾਏ ਮੁਦਤ ਕਰਤ ਮਨ। ਕਹਿੰਦੇ ਕਿ ਜਿਹੜਾ ਵੀ ਕੋਈ ਇਸ ਛਾਂ ਨੂੰ ਦੇਖਦਾ ਹੈ ਉਹਦਾ ਹਿਰਦਾ ਬੜਾ ਹੀ ਪ੍ਰਸੰਨ ਹੋ ਜਾਂਦਾ ਹੈ। ਤੇ ਮਹਾਰਾਜ ਸਾਹਿਬ ਦੀ ਜਦੋਂ ਚੱਲ ਕਰਕੇ ਆਏ ਹੈ ਨਾ, ਗਰੀਬ ਨਵਾਜ ਸਤਿਗੁਰੂ ਜੀ ਨੇ ਸੁੰਦਰ ਤੇ ਰਮਣੀਕ ਜਗ੍ਹਾ ਨੂੰ ਦੇਖਿਆ। ਇਹ ਬੜੀ ਹੀ ਹਰਿਆਵਲਤਾ ਵਾਲੀ ਛਾਂ ਵਾਲੀ ਜਗ੍ਹਾ ਹੈ ਤੇ ਹਿਰਦਾ ਦੇਖ ਕਰਕੇ ਪ੍ਰਸੰਨ ਹੋਇਆ ਹੈ। ਚਾਰੋ ओर ਦਿਖੈ ਹਰਿਆਰੀ ਥੋਰੇ ਕਾਲ ਕੀ। ਤੇ ਕਹਿੰਦੇ ਕਿ ਚੌਹਾਂ ਪਾਸਿਆਂ ਤੇ ਹਰਿਆਵਲਤਾ ਹੀ ਹਰਿਆਵਲਤਾ ਨਜ਼ਰ ਆ ਰਹੀ ਹੈ। ਇੰਨੇ ਸੰਘਣੇ ਰੁੱਖ ਇੱਥੇ ਲੱਗੇ ਹੋਏ ਆ। ਧਰਾ ਜਲ ਨਾਲ ਕੀ ਬਿਟਪ ਜੁਤ ਡਾਲ ਕੀ। ਤੇ ਫਿਰ ਧਰਤੀ ਦੇ ਨਿਵਾਣ ਵਾਲੇ ਪਾਸੇ ਸਾਧ ਸੰਗਤ ਜੀ ਪਾਣੀ ਵੀ ਨਜ਼ਰ ਆਉਂਦਾ ਪਿਆ। ਜਿਹੜੇ ਰੁੱਖ ਦੀਆਂ ਟਾਹਣੀਆਂ ਨਾ ਉਹ ਪਾਣੀ ਨੂੰ ਛੂੰਹਦੀਆਂ ਪਈਆਂ ਹਨ। ਪਸੰਦ ਮੈਂ ਕਿਰਪਾਲ ਕੀ ਪ੍ਰਮੁਦਤ ਵਿਸਾਲ ਕੀ। ਕਵੀ ਜੀ ਕਹਿੰਦੇ ਐ ਪਸੰਦ ਮੈਂ ਕਿਰਪਾਲ ਕੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਦੀ ਜਗ੍ਹਾ ਪਸੰਦ ਆ ਗਈ ਹੈ, ਮਨ ਨੂੰ ਚੰਗੀ ਲੱਗੀ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਮੁਦਤ ਵਿਸਾਲ ਕੀ ਦੇਖ ਕਰਕੇ ਬੜਾ ਪ੍ਰਸੰਨ ਹੋਏ ਹੈ। ਬੜਾ ਆਨੰਦ ਦੇਣ ਵਾਲੀ ਕਹਿੰਦੇ ਇਹ ਜਗ੍ਹਾ ਹੈ, ਐਸੀ ਸੁੰਦਰ ਥਾਂ ਹੈ। ਸਵਈਆ ਸ੍ਰੀ ਗੁਰ ਦੇਖ ਕਹਿਓ ਗੁਰਦਾਸ ਕੋ। ਜਦੋਂ ਐਸੀ ਸੁੰਦਰ ਤੇ ਹਰਿਆਵਲਤਾ ਸਹਿਤ ਜਗ੍ਹਾ ਨੂੰ ਦੇਖਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਬਚਨ ਕੀਤਾ ਹੈ। ਪੰਚ ਬੱਟੀ ਸਮਥਾਨ ਨਿਹਾਰਾ। ਮਹਾਰਾਜ ਕਹਿਣ ਲੱਗੇ ਪੰਚ ਬੱਟੀ ਦੇ ਸਮਾਨ ਉਹਦੇ ਵਾਂਗ ਕਹਿੰਦੇ ਰਮਣੀਕ ਜਗ੍ਹਾ ਹੈ। ਇਹ ਜਾਣੋ ਕਿ ਪੰਚ ਬੱਟੀ ਦੀ ਤਰ੍ਹਾਂ ਇਹ ਨਾਸਿਕ ਦੇ ਇਲਾਕੇ ਵਿੱਚ ਜਿੱਥੇ ਗੋਦਾਵਰੀ ਛੋਟੇ ਜਿਹੇ ਆਕਾਰ ਤੋਂ ਸ਼ੁਰੂ ਹੁੰਦੀ ਹੈ ਨਾ, ਇਸ ਇਲਾਕੇ ਵਿੱਚ ਪੰਚ ਬੱਟੀ ਦਾ ਅਸਥਾਨ ਹੈ। ਸ਼੍ਰੀ ਰਾਮਚੰਦਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਵਿਕ ਹੀ ਆਪਣੇ ਮੁਖ ਤੋਂ ਬਚਨ ਕੀਤਾ ਕਿ ਭਾਈ ਗੁਰਦਾਸ ਜੀ ਇਹ ਮੰਨ ਲਓ ਕਿ ਪੰਚ ਬੱਟੀ ਦੀ ਤਰ੍ਹਾਂ ਬੜੀ ਰਮਣੀਕ ਜਗ੍ਹਾ ਹੈ। ਬੀਚ ਧਰਾ ਇੱਕ ਸਾਰ ਜਹਾਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹਦੇ ਵਿੱਚ ਬੀਚ ਧਰਾ ਇੱਕ ਸਾਰ ਜਹਾਂ ਤਹਿ ਬੈਠਣ ਚਾਹਤ ਚਿੱਤ ਹਮਾਰਾ। ਇਹਦੇ ਵਿੱਚ ਕਹਿੰਦੇ ਸੋਹਣੇ ਢੰਗ ਦੇ ਨਾਲ ਸਾਰੀ ਤਿਆਰੀ ਕੀਤੀ ਜਾਵੇ ਤੇ ਜਿਵੇਂ ਤੰਬੂ ਕਨਾਤ ਲਾ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਇਹਦੇ ਵਿੱਚ ਬੈਠਣ ਨੂੰ ਮਹਾਰਾਜ ਕਹਿੰਦੇ ਸਾਡਾ ਚਿੱਤ ਕਰਦਾ ਹੈ। ਤੰਬੂ ਕਨਾਤ ਇਹਾਂ ਲਗਵਾਵੋ। ਇਸ ਕਰਕੇ ਤੰਬੂ ਤੇ ਕਨਾਤਾਂ ਇਹਦੇ ਆਦਿਕ ਇਹ ਚੰਗੀ ਤਰ੍ਹਾਂ ਤੋਂ ਸਾਫ਼ ਕਰਕੇ ਜਗ੍ਹਾ ਨੂੰ ਇਹ ਸਾਰੇ ਲਗਵਾ ਲੈਣਾ ਕਰੋ। ਭਾਕ ਮੰਗਾਵੋ ਦਾਸ ਹਕਾਰਾ। ਤੇ ਹਜੂਰ ਦਾ ਵਚਨ ਸੁਣ ਕਰਕੇ ਉਸ ਸਮੇਂ ਜਿਹੜੇ ਦਾਸ ਸਿੱਖ ਹੈ ਨਾ, ਗੁਰੂ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰ, ਉਹਨਾਂ ਨੂੰ ਬੁਲਾਉਣਾ ਕੀਤਾ ਹੈ। ਸੁਖਵੰਤ ਇਕੰਤ ਮਾਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਵੀ ਬੇਨਤੀ ਕਰਦੇ, ਮਹਾਰਾਜ ਬੜੀ ਇਹ ਸੁਖ ਦੇਣ ਵਾਲੀ ਜਗ੍ਹਾ ਹੈ, ਬੜੀ ਆਨੰਦਮਈ ਹੈ। ਮਹਾਨ ਮਹਾਰਾਜ ਸੁਖ ਦੇਣ ਵਾਲੀ ਇਹ ਜਗ੍ਹਾ ਹੈ। ਚਾਹੂੰ ਔਰ ਖਰੇ ਤਰ 4000। ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਦੂਰ ਦੂਰ ਤੱਕ ਮਹਾਰਾਜ ਇੱਥੇ ਸੁੰਦਰ ਜਿਹੜੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਹੈ। ਬਹੁਤ ਉੱਚੇ ਸਾਰੇ ਤੇ ਸੰਘਣੇ ਰੁੱਖ ਮਹਾਰਾਜ ਲੱਗੇ ਹੋਏ ਨਜ਼ਰ ਆ ਰਹੇ ਆ। ਯੋ ਸੁਨ ਕੇ ਗੁਰਦਾਸ ਭੰਨਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਭਾਈ ਗੁਰਦਾਸ ਜੀ ਨੇ ਬੇਨਤੀ ਕਰਨਾ ਕੀਤੀ ਹੈ। ਸੋਈ ਥਾਨ ਭੱਲੋ ਜਹ ਆਪ ਕੋ ਭਾਵੈ। ਮਹਾਰਾਜ ਜਿਹੜਾ ਆਪ ਜੀ ਨੂੰ ਭਾ ਜਾਵੇ ਉਹੀ ਥਾਂ ਭਲਾ ਹੋ ਸਕਦਾ ਹੈ। ਜਿਹੜਾ ਆਪ ਜੀ ਨੂੰ ਭਾ ਗਿਆ ਮਹਾਰਾਜ ਉਹ ਭਲਾ ਕਿਵੇਂ ਨਾ ਹੋਵੇਗਾ, ਉਹ ਕਿਵੇਂ ਨਹੀਂ ਚੰਗਾ ਹੋ ਸਕੇਗਾ। ਜਿਹੜਾ ਆਪ ਜੀ ਨੂੰ ਭਾ ਗਿਆ ਮਹਾਰਾਜ ਉਹ ਥਾਂ ਭਲਾ ਹੀ ਹੈ, ਸੱਚੇ ਪਾਤਸ਼ਾਹ ਭਲਾ ਹੀ ਹੋਵੇਗਾ। ਮੋ ਮਨ ਭੀ ਹਰਖਾਵਤ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਇਸ ਅਸਥਾਨ ਨੂੰ ਸੁੰਦਰ ਜਗ੍ਹਾ ਨੂੰ ਦੇਖ ਕਰਕੇ ਮਹਾਰਾਜ ਸਾਡਾ ਵੀ ਮਨ ਬੜਾ ਪ੍ਰਸੰਨ ਹੋਇਆ ਹੈ। ਜਲ ਹੈ ਥਲ ਨੀਵੇ ਸੋ ਭੂਮ ਸੁਹਾਵੈ। ਮਹਾਰਾਜ ਜਿਵੇਂ ਦੀ ਆਪ ਜੀ ਦੀ ਇੱਛਾ ਸੀ ਨਾ, ਜੋ ਆਪ ਜੀ ਨੇ ਬਚਨ ਕੀਤਾ ਸੀ, ਉਸੇ ਤਰ੍ਹਾਂ ਹੀ ਮਹਾਰਾਜ ਦੇ ਰਮਣੀਕ ਤੇ ਸੁੰਦਰ ਜਗ੍ਹਾ ਸਾਨੂੰ ਮਿਲ ਗਈ ਹੈ ਜਿੱਦਾਂ ਦੀ ਭਾਲਦੇ ਪਏ ਸਾਂ। ਨੀਵੇਂ ਥਾਂ ਤੇ ਜਲ ਵੀ ਹੈ
ਤੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਹਰਿਆਵਲਤਾ ਸਹਿਤ ਰਮਣੀਕ ਦੀ ਜਗ੍ਹਾ ਹੈ। ਪੰਚ ਬੱਟੀ ਸਮ ਆਪ ਕਹੋ ਅਤ ਹੋਏ ਮਹਾਤਮ ਜੋ ਦਰਸਾਵੈ। ਤੇ ਜੇ ਆਪ ਜੀ ਨੇ ਆਪਣੇ ਮੁਖ ਤੋਂ ਪੰਚ ਬੱਟੀ ਦੇ ਨਾਮ ਦੇ ਨਾਲ ਇਸ ਧਰਤੀ ਨੂੰ, ਇਸ ਜਗ੍ਹਾ ਨੂੰ ਬਚਨ ਕਰਕੇ ਕਹਿ ਦਿੱਤਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਤਮ ਇਸੇ ਤਰ੍ਹਾਂ ਹੀ ਫਲ ਪ੍ਰਾਪਤ ਹੋਣਾ ਕਰੇਗਾ। ਜਿਹੜਾ ਕੋਈ ਇਸ ਅਸਥਾਨ ਤੇ ਆ ਕਰਕੇ ਦਰਸ਼ਨ ਕਰੇਗਾ। ਜੋ ਕਹਿ ਤੰਬੂ ਕਨਾਤ ਮੰਗਾਏ। ਫਿਰ ਕਵੀ ਜੀ ਕਹਿੰਦੇ ਆ, ਭਾਈ ਗੁਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਹੈ, ਨਾਲ ਦੇ ਜਿਹੜੇ ਸਿੱਖ ਹੈ ਦਾਸ ਸੇਵਾਦਾਰ ਨੇ, ਉਹਨਾਂ ਤੋਂ ਤੰਬੂ ਮੰਗਵਾਏ ਗਏ ਹੈ। ਜੋ ਮਹਾਰਾਜ ਸਾਹਿਬ ਜੀ ਨੇ ਜਿਵੇਂ ਬਚਨ ਕੀਤਾ ਸੀਗਾ, ਉਹ ਸਾਰੀ ਤਿਆਰੀ ਕਰਨ ਦੇ ਲਈ ਤੰਬੂ ਤੇ ਆਦਿਕ ਕਨਾਤਾਂ ਲੈ ਕੇ ਆਏ ਆ। ਲਗਵਾਵਤ ਭੇਦ ਕੋ ਆਪ ਬਤਾਵੈ। ਤੇ ਭਾਈ ਗੁਰਦਾਸ ਸਾਹਿਬ ਜੀ ਆਪ ਤਿਆਰੀ ਕਰਵਾ ਰਹੇ ਸਿੱਖਾਂ ਨੂੰ ਬਚਨ ਕਰ ਕਰਕੇ, ਬਾਰ-ਬਾਰ ਕੇ ਕਹਿ ਕੇ ਸਮਝਾ ਕੇ ਕਿ ਇਥੋਂ ਇਸ ਢੰਗ ਦੇ ਨਾਲ ਤਿਆਰੀ ਕਰੋ। ਇਹ ਆਪ ਦੱਸ ਕੇ ਸਿੱਖਾਂ ਤੋਂ, ਸੇਵਾਦਾਰਾਂ ਸਿੱਖਾਂ ਤੋਂ ਇਹ ਸਾਰੀ ਤਿਆਰੀ ਕਰਵਾ ਰਹੇ ਹੈ। ਸ੍ਰੀ ਗੁਰ ਫੇਰ ਕਹਿਓ ਹਮ ਜਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਭਾਈ ਅਸੀਂ ਜਾ ਰਹੇ ਆ ਤੇ ਦੁਬਾਰਾ ਫਿਰ ਅਸੀਂ ਮੁੜ ਕਰਕੇ ਵਾਪਸ ਆਵਾਂਗੇ। ਸਵਾਰ ਸਥਾਨ ਸੋ ਤਿਆਰ ਕਰੋ। ਤੇ ਉਨੇ ਸਮੇਂ ਤੱਕ ਇਸ ਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ, ਐਨ ਚੰਗੀ ਤਰ੍ਹਾਂ ਸਵਾਰ ਕਰਕੇ ਇੱਥੇ ਤਿਆਰੀ ਕਰਨਾ ਕਰੋ। ਜਾਵਦ ਫੇਰਸ ਆਵੈ ਯਹਾਂ। ਕਿਉਂਕਿ ਅਸੀਂ ਜਾ ਕੇ ਤੇ ਦੁਬਾਰਾ ਫਿਰ ਇਸ ਅਸਥਾਨ ਤੇ ਵਾਪਸ ਆਉਣਾ ਹੈ। ਸਾਡੇ ਆਉਣ ਤੱਕ ਮਹਾਰਾਜ ਨੇ ਹੁਕਮ ਕੀਤਾ ਕਿ ਇੱਥੇ ਤਿਆਰੀ ਕਰ ਦਿੱਤੀ ਜਾਵੇ, ਚੰਗੀ ਤਰ੍ਹਾਂ ਇਸ ਸਥਾਨ ਨੂੰ ਸਾਫ਼ ਸੁਥਰਿਆ ਕੀਤਾ ਜਾਵੇ, ਔਰ ਇਸੇ ਪ੍ਰਕਾਰ ਇਸ ਜਗ੍ਹਾ ਨੂੰ ਪੱਧਰਿਆ ਕਰਕੇ ਤੇ ਸੁੰਦਰ ਕਨਾਤਾਂ ਤਾਣ ਕਰਕੇ ਸੋਹਣੇ ਢੰਗ ਦੇ ਨਾਲ ਇਹਦੀ ਤਿਆਰੀ ਕਰ ਦਿੱਤੀ ਜਾਵੇ। ਤਬ ਲੋ ਕਰ ਤੰਬੂ ਕਨਾਤ ਖਰੋ। ਤੇ ਉਦੋਂ ਤੱਕ ਮਹਾਰਾਜ ਕਹਿੰਦੇ ਤੰਬੂ ਤੇ ਕਨਾਤਾਂ ਤੇ ਆਦਿਕ ਇੱਥੇ ਤਾਣ ਕਰਕੇ ਚੰਗੀ ਤਰ੍ਹਾਂ ਤਿਆਰੀ ਕਰਨਾ ਕਰੋ। ਦੇਸ ਅਸ਼ੇਸ ਤਿਸੈ ਤਬ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਦੇਸ਼ ਦੇ ਕਰਕੇ, ਸਤਿਗੁਰਾਂ ਨੇ ਹੁਕਮ ਕਰਕੇ ਆਪ ਹਟੇ ਚਲ ਆਏ ਕਰੋ। ਕਵੀ ਜੀ ਕਹਿੰਦੇ ਸਤਿਗੁਰੂ ਜੀ ਆਪ ਆਪਣੇ ਨਿਵਾਸ ਅਸਥਾਨ ਤੇ ਚੱਲ ਕਰਕੇ ਆ ਗਏ ਐ। ਦੇਤ ਸਦਾ ਨਿਜ ਸਿੱਖਨ ਕੋ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਐ। ਐਸੇ ਗਰੀਬ ਨਵਾਜ ਸੁਖ ਦਾਤੇ ਸਤਿਗੁਰੂ ਜੀ ਸਦਾ ਹੀ ਮਹਾਰਾਜ ਆਪਣੇ ਸਿੱਖਾਂ ਨੂੰ ਆਤਮਿਕ ਸੁਖ ਬਖਸ਼ਿਸ਼ ਕਰਨ ਵਾਲੇ ਆ, ਲੋਕ ਪਰਲੋਕ ਦੇ ਸੁਖ ਦੇਣ ਵਾਲੇ ਆ। ਗੁਰੂ ਨਿਤ ਧਿਆਨ ਧਰੋ। ਕਵੀ ਜੀ ਕਹਿੰਦੇ ਆ, ਦੇਤ ਸਦਾ ਨਿਜ ਸਿੱਖਨ ਕੋ ਸੁਖ, ਦੇਵ ਗੁਰੂ ਨਿਤ ਧਿਆਨ ਧਰੋ। ਐਸੇ ਪ੍ਰਕਾਸ਼ ਰੂਪ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਿਨਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਕਰੋ। ਐ ਗੁਰਸਿੱਖੋ, ਐਸੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਚਾਹੀਦਾ, ਜਿਹੜੇ ਸਤਿਗੁਰੂ ਜੀ ਸਦਾ ਹੀ ਆਪਣੇ ਸਿੱਖਾਂ ਨੂੰ ਸੁਖ ਬਖਸ਼ਿਸ਼ ਕਰਨ ਵਾਲੇ ਐ। ਜਿਵੇਂ ਭੱਟ ਜਨਾਂ ਨੇ ਸਤਿਗੁਰੂ ਜੀ ਦੀ ਮਹਿਮਾ ਕਹੀ ਹੈ ਨਾ, ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆ ਕਿ ਜਿਨ੍ਹਾਂ ਵੀ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਯਾਦ ਕੀਤਾ ਤੇ ਇਹਨਾਂ ਨੂੰ ਫਿਰ ਦੁਬਾਰਾ ਮਾਤਾ ਦੇ ਗਰਭ ਦੇ ਵਿੱਚ ਨਹੀਂ ਪੁੱਠੇ ਲਟਕਣਾ ਪਿਆ। ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਯਾਦ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸਿਮਰਨ ਕੀਤਾ, ਸਤਿਗੁਰੂ ਜੀ ਦਾ ਜਸ ਗਾਇਆ, ਫਿਰ ਉਹਨਾਂ ਨੂੰ ਗਰਭ ਦੀਆਂ ਜੂਨਾਂ ਵਿੱਚ ਨਹੀਂ ਆਉਣਾ ਪਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਮਹਾਨ ਵਡਿਆਈ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ ਹੈ, ਐ ਗੁਰਸਿੱਖੋ ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਕਰੋ, ਜਿਹੜੇ ਸਤਿਗੁਰੂ ਜੀ ਸਦੀਵੀ ਕਾਲ ਦੀ ਸੁਖ ਬਖਸ਼ਿਸ਼ ਕਰਨ ਵਾਲੇ ਹੈ, ਆਪਣੇ ਸਿੱਖਾਂ ਦੇ ਲਈ ਸਦਾ ਹੀ ਸੁਖਦਾਇਕ ਹਨ। ਦੋਹਰਾ ਤਬ ਭਾਈ ਗੁਰਦਾਸ ਨੇ। ਤਦੋਂ ਕਵੀ ਜੀ ਕਹਿੰਦੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਦਾਸ ਬੁਲਾਏ ਪਾਸ। ਜਿਹੜੇ ਦਾਸ ਸਿੱਖ ਹੈ ਨਾ, ਸੇਵਾ ਕਰਨ ਵਾਲੇ ਸਿੱਖ, ਉਹਨਾਂ ਨੂੰ ਆਪਣੇ ਪਾਸ ਬੁਲਾਇਆ ਹੈ। ਸ੍ਰੀ ਗੁਰ ਕੀ ਆਇਸ ਕਹੀ। ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਸੀ। ਸੁਨਤ ਹੁਲਾਸ ਪ੍ਰਕਾਸ਼। ਤੇ ਬੜਾ ਪ੍ਰਸੰਨ ਹੋ ਕਰਕੇ ਉਸੇ ਤਰ੍ਹਾਂ ਫਿਰ ਸਿੱਖਾਂ ਨੂੰ ਅੱਗੇ ਦੱਸ ਰਹੇ ਹੈ।
ਜਿਹੜੇ ਬੁਲਾਏ ਦਾਸ ਹੈ ਨਾ ਉਹਨਾਂ ਨੂੰ ਦੱਸ ਕਰਕੇ ਤਿਆਰੀ ਕਰਾਉਣ ਦੇ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਆ। ਚੌਪਈ ਮਿਲ ਬ੍ਰਿੰਦਨ ਸਮ ਕੀਨਸ ਅਵਨੀ। ਤੇ ਬਹੁਤ ਸਾਰੇ ਸੇਵਾਦਾਰਾਂ ਸਿੱਖਾਂ ਨੇ ਮਿਲ ਕਰਕੇ ਉਸ ਧਰਤੀ ਨੂੰ ਚੰਗੀ ਤਰ੍ਹਾਂ ਸਮਾਨ ਕੀਤਾ। ਭਾਵ ਪਹਿਲਾਂ ਪੱਧਰਿਆਂ ਕਰਦੇ ਪਏ। ਉੱਚੀ ਨੀਵੀਂ ਥਾਂ ਹੈ, ਉਹ ਜਗ੍ਹਾ ਕਿਤੇ ਉੱਚੀ ਕਿਤੇ ਨੀਵੀਂ ਹੈ, ਤੇ ਬਹੁਤ ਸਾਰੇ ਸਿੱਖਾਂ ਨੇ ਮਿਲ ਕਰਕੇ ਪਹਿਲਾਂ ਉਸ ਨੂੰ ਪੱਧਰਿਆਂ ਕੀਤਾ ਹੈ। ਚੌਹਾਂ ਦੇਸ ਹਰਿਆਵਲ ਥਿਤ ਰਵਨੀ। ਫਿਰ ਦੇਖ ਰਹੇ ਹੈ ਕਿ ਚੌਹਾਂ ਪਾਸਿਆਂ ਤੇ ਬੜੀ ਹਰਿਆਵਲਤਾ ਹੈ, ਬਹੁਤ ਹਰਿਆਵਲਤਾ ਨਜ਼ਰ ਆਉਂਦੀ ਪਈ ਹੈ, ਤੇ ਜਿਹੜੀ ਸੁਖ ਦੇਣ ਵਾਲੀ ਐਸੀ ਹਰਿਆਵਲਤਾ ਹੈ। ਡੋਰਨ ਤਾਰਨ ਖਰੋ ਕੇ ਤੰਬੂ। ਤੇ ਸਾਰੇ ਸੰਗਤ ਜੀ ਡੋਰਾਂ ਦੇ ਨਾਲ ਰੱਸੀਆਂ ਲੈ ਲੈ ਕਰਕੇ ਡੋਰਾਂ ਲੈ ਕੇ ਬੜੀ ਸੋਹਣੇ ਢੰਗ ਦੇ ਨਾਲ ਕਨਾਤਾਂ ਤਣ ਰਹੇ ਆ। ਨਮਰ ਸਥਾਨ ਨਿਕਟ ਕਛ ਅੰਬੂ। ਤੇ ਜਿਹੜਾ ਨੀਵਾ ਅਸਥਾਨ ਹੈ ਨਾ, ਨਿਵਾਣ ਵਾਲੀ ਜਿਹੜੀ ਜਗ੍ਹਾ ਹੈ, ਉਸ ਪਾਸੇ ਕੁਝ ਪਾਣੀ ਖਲੋਤਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਇੱਥੇ ਫਿਰ ਬਾਅਦ ਵਿੱਚ ਸਰੋਵਰ ਤਿਆਰ ਕਰਵਾਉਣਾ, ਜਿਹਦਾ ਨਾਮ ਰਾਮਸਰ ਸਾਹਿਬ ਸਰੋਵਰ ਹੈ। ਉਹ ਜਿਹੜੀ ਹੇਠਾਂ ਨਿਵਾਣ ਵਾਲੀ ਪਾਸੇ ਜਗ੍ਹਾ ਕਵੀ ਜੀ ਕਹਿੰਦੇ ਉੱਥੇ ਕੁਝ ਪਾਣੀ ਖੜਾ ਹੋਇਆ ਨਜ਼ਰ ਆਉਂਦਾ ਹੈ। ਘਰ ਕਨਾਤ ਠਾਡੀ ਤਹ ਗਾਡੀ। ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਹੁਕਮ ਕਰਕੇ ਗਏ ਤਿਵੇਂ ਭਾਈ ਗੁਰਦਾਸ ਸਾਹਿਬ ਜੀ ਸਿੱਖਾਂ ਤੋਂ ਕਰਵਾ ਰਹੇ ਆ ਹੁਕਮ ਕਰਕੇ ਕਿ ਭਾਈ ਸਿੱਖੋ ਇਵੇਂ ਇਸ ਪਾਸਿਓਂ ਕਰੋ, ਇੱਦਾਂ ਤਿਆਰੀ ਕਰਨਾ ਕਰੋ। ਸਾਰੀ ਉੱਥੋਂ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰੀ ਕਰਕੇ ਤੇ ਫਿਰ ਬੜੇ ਸੋਹਣੇ ਢੰਗ ਦੇ ਨਾਲ ਕਨਾਤਾਂ ਤਾਣਦੇ ਪਏ ਐ। ਬੜੀ ਰਮਣੀਕ ਦੀ ਜਗ੍ਹਾ ਦੇਖਣ ਨੂੰ ਨਜ਼ਰ ਆਉਂਦੀ ਹੈ। ਕਰ ਕਨਾਤ ਠਾਂਡੀ ਤਹਿ ਗਾਢੀ। ਧਰਤੀ ਦੇ ਵਿੱਚ ਸਾਰੀ ਸੰਗਤ ਜੀ ਲੱਕੜਾਂ ਦੇ ਨਾਲ ਗੱਡ ਕਰਕੇ ਕਨਾਤਾਂ ਨੂੰ ਤਾਣ ਰਹੇ ਆ। ਚਹੂ ਕੋਦ ਸੁੰਦਰ ਦੁੱਤ ਬਾਡੀ। ਫਿਰ ਚੌਹਾਂ ਪਾਸਿਆਂ ਤੋਂ ਬੜੇ ਸੋਹਣੇ ਢੰਗ ਦੇ ਨਾਲ ਇਹਨਾਂ ਨੂੰ ਬੰਨ੍ਹ ਦਿੱਤਾ ਹੈ। ਜਲ ਕੋ ਬਹੁ ਛਿੜਕਾਵਨ ਕਰਵਾਵਾ। ਫਿਰ ਸਿੱਖਾਂ ਨੂੰ ਕਿਹਾ ਕਿ ਇੱਥੇ ਜਲ ਵੀ ਛਿੜਕਿਆ ਜਾਵੇ, ਜਿਸ ਕਰਕੇ ਘਟਾ ਮਿੱਟੀ ਉੱਡੇਗਾ ਨਾ। ਜਿਹੜਾ ਘਟਾ ਹੈ ਨਾ ਫਿਰ ਹੇਠਾਂ ਹੀ ਬੈਠ ਜਾਵੇਗਾ ਜਲ ਛਿੜਕਣੇ ਕਰਕੇ। ਜਦੋਂ ਤਿਆਰੀ ਕਰਵਾ ਰਹੇ ਹੋ ਤੇ ਬਹੁਤ ਸਾਰਾ ਪਾਣੀ ਜਿਹੜਾ ਜਲ ਛਿੜਕਿਆ ਹੈ। ਪੁੰਨ ਗੁਲਾਬ ਬੰਦੂਨ ਬਰਸਾਵਾ। ਤੇ ਫਿਰ ਗੁਲਾਬ ਜਲ ਲਿਆ ਕਰਕੇ ਉਹ ਸਾਰੀ ਸੰਗਤ ਜੀ ਉਹ ਫਿਰ ਉਹਦੀ ਵਰਖਾ ਕਰ ਰਹੇ ਹੈ। ਸਾਧ ਸੰਗਤ ਜੀ ਜਿਹੜਾ ਗੁਲਾਬ ਜਲ ਹੁੰਦਾ ਹੈ, ਭਾਵੇਂ ਉੱਥੇ ਲਾਗੇ ਲਾਗੇ ਕੋਈ ਬਦਬੂ ਵੀ ਨਾ ਕਿਤੇ ਆਉਣਾ ਕਰੇ, ਕਿਸੇ ਤਰ੍ਹਾਂ ਦੀ ਕੋਈ ਬਦਬੂ ਨਾ ਆਵੇ, ਚੰਗੀ ਮਹਿਕ ਆਵੇ, ਚੰਗੀ ਸੁਗੰਧ ਆਵੇ। ਗੁਰੂ ਕੀ ਬਾਣੀ ਦੀਆਂ ਪੋਥੀਆਂ ਸਭ ਇੱਥੇ ਲੈ ਕਰਕੇ ਆਉਣੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਇੱਥੇ ਬੈਠ ਕਰਕੇ ਕਾਰਜ ਕਰਨਾ। ਤੇ ਭਾਈ ਗੁਰਦਾਸ ਸਾਹਿਬ ਜੀ ਬੜੇ ਚਾਅ ਦੇ ਨਾਲ ਸੱਚੇ ਪਾਤਸ਼ਾਹ ਨੇ ਜਿਵੇਂ ਹੁਕਮ ਕੀਤਾ ਉਹ ਸਾਰੀ ਤਿਆਰੀ ਕਰਵਾ ਰਹੇ ਆ। ਚੌਹਾਂ ਦੇਸ ਚੰਦਨ ਚਰਿਓ ਚਾਰੂ। ਤੇ ਚੌਹਾਂ ਪਾਸਿਆਂ ਤੋਂ ਜਿਹੜਾ ਚੰਦਨ ਹੈ ਉਹਦਾ ਵੀ ਛਿੜਕਾਅ ਕਰਨਾ ਕੀਤਾ, ਬੜਾ ਹੀ ਸੁੰਦਰ ਨਜ਼ਰ ਆਉਂਦਾ ਹੈ। ਬਹੁ ਖੁਸ਼ਬੋਏ ਉਠਤ ਮਹਿਕਾਰੂ। ਤੇ ਬਹੁਤ ਸਾਰੀ ਖੁਸ਼ਬੂ ਆ ਰਹੀ ਹੈ ਚੌਹਾਂ ਪਾਸਿਆਂ ਤੋਂ। ਆਨ ਬਾਗ ਤੇ ਸੁੰਦਰ ਬੂਟੇ। ਫਿਰ ਹੋਰ ਜਿਹੜੇ ਬਾਗ ਦੇ ਵੀ ਸੁੰਦਰ ਬੂਟੇ ਸਨ ਫੁੱਲਾਂ ਵਾਲੇ। ਕਰੇ ਲਗਾਵਨ ਸਮਨ ਜੂਟੇ। ਉਹ ਬਹੁਤ ਹੀ ਸੋਹਣੇ ਜਿਹੜੇ ਫੁੱਲਾਂ ਵਾਲੇ ਬੂਟੇ ਹੈ ਨਾ ਉਹ ਵੀ ਲਿਆ ਕਰਕੇ ਨੇੜੇ ਲਾ ਦਿੱਤੇ ਹੈ। ਭਾਵ ਉਸ ਅਸਥਾਨ ਨੂੰ, ਉਸ ਜਗ੍ਹਾ ਨੂੰ ਹੋਰ ਵੀ ਸੁੰਦਰਤਾ ਸਹਿਤ ਬਣਾਉਣ ਦੇ ਲਈ ਕਵੀ ਜੀ ਕਹਿੰਦੇ ਸੇਵਾਦਾਰ ਜਿਹੜੇ ਸਿੱਖ ਸੇਵਾ ਕਰਦੇ ਪਏ ਹੈ ਉਹ ਸੁੰਦਰ ਫੁੱਲਾਂ ਵਾਲੇ ਬੂਟੇ ਵੀ ਲਿਆ ਕਰਕੇ ਉੱਥੇ ਲਗਾ ਰਹੇ ਆ। ਬਰਨ ਬਰਨ ਕੇ ਫੂਲ ਫਰ ਫੁੱਲਿਤ। ਤੇ ਫਿਰ ਬਹੁਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਫੁੱਲ ਹੈ ਨਾ ਉਹ ਬੜੇ ਹੀ ਸੋਹਣੇ ਲੱਗੇ ਹੋਏ ਨਜ਼ਰ ਆਉਂਦੇ ਆ। ਬਾਏ ਬਹਿਤ ਸਾਖਾ ਜਨ ਝੁੱਲਤ। ਜਦੋਂ ਹਵਾ ਵਗਦੀ ਹੈ ਤੇ ਉਹਨਾਂ ਦੀਆਂ ਟਾਹਣੀਆਂ ਹਿੱਲਦੀਆਂ, ਬੜੇ ਸੋਹਣੇ ਨਜ਼ਰ ਆਉਂਦੇ ਆ। ਸਕਲ ਸਥਲ ਤੇ ਰੇਣ ਦਬਾਈ। ਫਿਰ ਸਾਰੀ ਸੰਗਤ ਜੀ ਜਿਹੜੀ ਧੂੜ ਮਿੱਟੀ ਗਰਦ ਉੱਡਦੀ ਸੀ ਨਾ ਉਹ ਸਿੱਖਾਂ ਨੇ ਪਾਣੀ ਛਿੜਕ ਕਰਕੇ ਬਹੁਤ ਸਾਰਾ ਪਾਣੀ ਛਿੜਕਿਆ, ਜਿਸ ਕਰਕੇ ਸਾਰੀ ਹੇਠਾਂ ਹੀ ਦੱਬ ਦਿੱਤੀ ਹੈ। ਭਾਵ ਉਸ ਨੂੰ ਉੱਚੀਆਂ ਉੱਠਣ ਨਹੀਂ ਦਿੱਤਾ, ਨਹੀਂ ਤੇ ਪੈਰਾਂ ਦੇ ਨਾਲ ਲੱਗ ਕਰਕੇ ਧੂੜ ਉੱਚੀ ਉੱਠਦੀ ਹੈ ਤੇ ਇਹਦੇ ਨਾਲ ਵੀ ਗੁਰੂ ਕੀ ਬਾਣੀ ਦਾ ਨਿਰਾਦਰ ਹੁੰਦਾ ਹੈ।
ਘਟਾ ਮਿੱਟੀ ਉੱਡ ਕਰਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਤੇ ਪੈਣਾ, ਇਸ ਕਰਕੇ ਪਾਣੀ ਛਿੜਕਿਆ ਤੇ ਜਿਸ ਨਾਲ ਕਵੀ ਜੀ ਕਹਿੰਦੇ ਸਾਰੀ ਧੂੜ ਜਿਹੜੀ ਨਾ ਹੇਠਾਂ ਹੀ ਦੱਬੀ ਗਈ ਆ। ਕੰਟਕ ਸ਼ੁਸ਼ਕ ਸੋ ਤਿਰੜਨ ਹਟਾਈ। ਫਿਰ ਉੱਥੇ ਘਾਹ ਇਤਿਆਦਿਕ ਤੇ ਕੰਡੇ ਜਿਹੜੇ ਸੂਲਾਂ ਇਤਿਆਦਿਕ ਹੈ ਉਹ ਸਾਰਾ ਕੁਝ ਹਟਾ ਦਿੱਤਾ, ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਆ। ਥਲ ਕਨਾਤ ਅੰਤਰ ਬਰ ਜੇਤਾ। ਤੇ ਜਿਤਨੀ ਵੀ ਅੰਦਰ ਜਗ੍ਹਾ ਹੈ ਨਾ, ਕਿਨਾਰ ਦੇ ਅੰਦਰ ਜਿੰਨਾ ਵੀ ਥਾਂ ਹੈ, ਛਾਇਓ ਰੁਚਿਰ ਫਰਸ ਤੇ ਤੇਤਾ। ਕਵੀ ਜੀ ਆਖਰੇ ਗੁਰਸਿੱਖੋ ਉੱਥੇ ਬੜੇ ਸੋਹਣੇ ਢੰਗ ਦੇ ਨਾਲ ਸੇਵਾਦਾਰ ਸਿੱਖਾਂ ਨੇ ਫਰਸ਼ ਵਿਛਾ ਦਿੱਤਾ, ਸੁੰਦਰ ਵਿਛਾਉਣੇ ਉਸ ਕਿਨਾਰ ਦੇ ਅੰਦਰ ਵਿਛਾ ਦਿੱਤੇ ਆ। ਤੰਬੂ ਕੇ ਅੰਤਰ ਚੰਦੋਵਾ। ਫਿਰ ਉਸ ਤੰਬੂ ਦੇ ਅੰਦਰ ਸੁੰਦਰ ਚੰਦੋਆ ਵੀ ਲਗਾ ਦਿੱਤਾ ਗਿਆ ਹੈ। ਝਾਲਰਦਾਰ ਝੁਲਕਤਿਓ ਹੋਵਾ। ਉਹ ਬੜਾ ਝਾਲਰਦਾਰ, ਝਾਲਰ ਦੇ ਨਾਲ ਸਾਧ ਸੰਗਤ ਜੀ ਝੁਲਕਦਾ ਹੋਇਆ, ਹੇਠਾਂ ਨੂੰ ਝਾਲਰਾਂ ਲੱਗੀਆਂ ਹੋਈਆਂ, ਬੜੇ ਸੋਹਣੇ ਢੰਗ ਦੇ ਨਾਲ ਚੰਦੋਆ ਸਿੱਖਾਂ ਨੇ ਤਿਆਰ ਕਰਵਾਇਆ ਔਰ ਲੱਗੇ ਹੋਏ ਤੰਬੂ ਦੇ ਅੰਦਰ ਸਾਧ ਸੰਗਤ ਜੀ ਚੰਦੋਆ ਵੀ ਝੁਲਾ ਦਿੱਤਾ ਹੈ। ਰੇਸ਼ਮ ਡੋਰ ਬੰਦ ਕਰ ਤਾਨਾ। ਤੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਚੰਦੋਏ ਨੂੰ ਬੱਧਾ ਹੋਇਆ ਹੈ। ਜਰੀ ਚਿੱਤਰ ਚਰਿਤਤ ਜਿਹ ਨਾਨਾ। ਤੇ ਜਿਹਦੇ ਉੱਪਰ ਸਾਧ ਸੰਗਤ ਜੀ ਜਰੀ ਦੇ ਨਾਲ ਬੜੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ, ਬੜੇ ਹੀ ਸੋਹਣੇ ਢੰਗ ਦੇ ਨਾਲ ਉਸ ਚੰਦੋਏ ਨੂੰ ਤਿਆਰ ਕੀਤਾ ਤੇ ਰੇਸ਼ਮ ਦੀਆਂ ਡੋਰਾਂ ਲੈ ਕਰਕੇ ਉਸ ਨੂੰ ਬੰਨ੍ਹ ਦਿੱਤਾ ਹੈ। ਰੰਗਦਾਰ ਅੰਬਰਲੇ ਔਰ। ਤੇ ਹੋਰ ਜਿਹੜੇ ਕੋ ਰੰਗਦਾਰ ਕੱਪੜੇ ਹੈ ਉਹ ਵੀ ਨਾਲ ਲੈ ਕਰਕੇ। ਤੰਬੂ ਕੇ ਅੰਤਰ ਚਹ ਔਰ। ਤੰਬੂ ਦੇ ਅੰਦਰ ਜਿੱਥੇ ਚੰਦੋਆ ਲਗਾਇਆ ਹੈ ਉੱਥੇ ਚੌਹਾਂ ਪਾਸਿਆਂ ਤੇ ਰੰਗਦਾਰ ਕੱਪੜੇ ਲੈ ਕਰਕੇ ਸਾਧ ਸੰਗਤ ਜੀ ਉਹ ਵੀ ਡੋਰਾਂ ਦੇ ਨਾਲ ਬੰਨ੍ਹ ਦਿੱਤੇ ਗਏ ਹਨ। ਗੌਲ ਸਰਲ ਸੁੰਦਰ ਸੁਭ ਰੰਗ। ਤੋ ਇਸ ਪ੍ਰਕਾਰ ਕਵੀ ਜੀ ਕਹਿੰਦੇ ਐ ਬੜੇ ਸੋਹਣੇ ਢੰਗ ਦੇ ਨਾਲ ਤਿਆਰੀ ਕਰਦੇ ਪਏ ਐ। ਤੰਬੂ ਕੇ ਅੰਤਰ ਚਹ ਔਰ ਗੋਲ ਸਰਲ ਸੁੰਦਰ ਸ਼ੁਭ ਰੰਗ, ਖਰੀ ਖਰੀ ਦਵੈ ਚੋਬ ਉਤੰਗ। ਗੋਲ ਤੇ ਉੱਚੀ ਥਾਵਾਂ ਤੇ ਸਾਧ ਸੰਗਤ ਜੀ ਉੱਚੀਆਂ ਦੋ ਚੋਬਾਂ ਲੈ ਕਰਕੇ ਨਾ, ਜਿੱਥੇ ਜਿਵੇਂ ਦਰਵਾਜ਼ਾ ਹੁੰਦਾ ਕਮਰੇ ਦਾ, ਇਹ ਥੋੜੀ ਜਿਹੀ ਜਗ੍ਹਾ ਉੱਥੋਂ ਲੰਘਣ ਦੇ ਅੰਦਰ ਪ੍ਰਵੇਸ਼ ਹੋਣ ਵਾਸਤੇ ਤੰਬੂ ਦੇ ਵਿੱਚੋਂ ਛੱਡੀ ਗਈ ਕਿਨਾਰ ਦੇ ਵਿੱਚੋਂ, ਬਾਕੀ ਚੌਹਾਂ ਪਾਸਿਆਂ ਤੋਂ ਸਾਰਾ ਢੱਕ ਦਿੱਤਾ ਗਿਆ, ਉੱਪਰੋਂ ਵੀ ਚੌਹਾਂ ਪਾਸਿਆਂ ਤੋਂ। ਤੇ ਇੱਕ ਦਰਵਾਜ਼ੇ ਦੀ ਤਰ੍ਹਾਂ ਲੰਘਣ ਦੇ ਵਾਸਤੇ ਜਿਹੜੀ ਜਗ੍ਹਾ ਛੱਡੀ ਹੈ ਉੱਥੇ ਦੋ ਗੋਲਦਾਰ ਤੇ ਉੱਚੀਆਂ ਦੋ ਚੋਬਾਂ ਲਿਆ ਕਰਕੇ ਸਿੱਖਾਂ ਨੇ ਖੜੀਆਂ ਕਰ ਦਿੱਤੀਆਂ ਹਨ। ਉੱਪਰ ਕਲਸ ਸੁਨਹਿਰੀ ਸੋਭਾ। ਤੇ ਉਹਨਾਂ ਚੋਬਾਂ ਦੇ ਉੱਪਰ ਕਵੀ ਜੀ ਕਹਿੰਦੀ ਸੁਨਹਿਰੀ ਰੰਗ ਦੇ ਕਲਸ਼ ਬੜੇ ਹੀ ਸ਼ੋਭਨੀਕ ਹੋ ਰਹੇ ਹੈ, ਬੜੇ ਸੋਹਣੇ ਲੱਗ ਰਹੇ ਹਨ। ਜਨ ਜੋਗ ਕਮਲ ਕਲੀ ਛਪ ਲੋਭਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਐ, ਮੰਨ ਲਓ ਕਿ ਕਮਲਾਂ ਦੀ ਕਲੀ ਜਿਹੜੀ ਹੈ ਨਾ, ਭਾਵ ਬੰਦ ਕਮਲਾਂ ਦੀ ਸ਼ੋਭਾ ਬੜੀ ਹੀ ਲੁਭਾਇਮਾਨ ਹੋ ਰਹੀ ਹੋਵੇ, ਇੰਨੇ ਸੋਹਣੇ ਢੰਗ ਦੇ ਨਾਲ ਉਹਦੀ ਤਿਆਰੀ ਕੀਤੀ ਹੈ, ਚੋਬਾਂ ਬਹੁਤ ਹੀ ਸੋਹਣੀਆਂ ਨਜ਼ਰ ਆਉਂਦੀਆਂ ਹਨ। ਐਸੋ ਥਾਨ ਕੀਨ ਰਮਣੀਕੋ। ਸੋ ਇਸ ਢੰਗ ਦੇ ਨਾਲ ਉਸ ਰਮਣੀਕ ਜਗ੍ਹਾ ਨੂੰ ਹੋਰ ਵੀ ਰਮਣੀਕ ਬਣਾ ਦਿੱਤਾ। ਭਾਵੇਂ ਪਹਿਲਾਂ ਹੀ ਬੜੀ ਹਰਿਆਵਲਤਾ ਸਹਿਤ ਸੋਹਣੀ ਨਜ਼ਰ ਆ ਰਹੀ ਸੀ, ਪਰ ਜਦੋਂ ਸਿੱਖਾਂ ਨੇ ਉੱਥੇ ਸਫਾਈ ਕੀਤੀ ਹੈ, ਉਸ ਥਾਂ ਨੂੰ ਪੱਧਰਿਆਂ ਕੀਤਾ, ਜਲ ਛਿੜਕਿਆ, ਫਿਰ ਕਨਾਤਾਂ ਤੇ ਤੰਬੂ ਤੇ ਆਦਿਕ ਲਾ ਕਰਕੇ ਸਾਰੀ ਤਿਆਰੀ ਕਰ ਦਿੱਤੀ। ਕਵੀ ਜੀ ਕਹਿੰਦੇ ਬੜੀ ਹੀ ਰਮਣੀਕ ਜਗ੍ਹਾ ਬਣ ਗਈ ਹੈ। ਜਿਹ ਦੇਖਤ ਹੋਏ ਆਨੰਦ ਜੀ ਕੋ। ਤੇ ਐਸੇ ਰਮਣੀਕ ਜਗ੍ਹਾ ਜਿਸ ਨੂੰ ਦੇਖ ਕਰਕੇ ਹਰ ਇੱਕ ਦੇ ਹਿਰਦੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ, ਇੱਕ ਰਸ ਹਿਰਦੇ ਅੰਦਰ ਬੜਾ ਆਨੰਦ ਮਿਲਦਾ ਹੈ। ਰਾਖੇ ਕੇਤਕ ਦਾਸ ਬਿਠਾਏ। ਫਿਰ ਕਿੰਨੇ ਕੁ ਗਿਣਤੀ ਵਿੱਚ ਜਿਹੜੇ ਰੱਖਿਆ ਵਾਸਤੇ ਭਾਵ ਉੱਥੇ ਪਹਿਰੇਦਾਰ ਸਿੱਖ ਹੈ ਨਾ, ਆਪਣੇ ਦਾਸਾਂ ਨੂੰ ਉੱਥੇ ਬਿਠਾ ਦੇਣਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿੰਨੇ ਹੀ ਸਿੱਖਾਂ ਨੂੰ ਉੱਥੇ ਬਿਠਾ ਦਿੱਤਾ, ਕਿਤੇ ਤਕੜਾਈ ਦੇ ਨਾਲ ਪਹਿਰਾ ਵੀ ਦੇਣਾ। ਇਹ ਨਾ ਹੋਵੇ ਕਿ ਕੋਈ ਜਾਨਵਰ ਤੇ ਆਦਿਕ ਆ ਕਰਕੇ ਅੰਦਰ ਪ੍ਰਵੇਸ਼ ਕਰ ਜਾਵੇ। ਤੋ ਇਸ ਕਰਕੇ ਉਹ ਤਕੜਾਈ ਵਾਸਤੇ ਪਹਿਰੇ ਤੇ ਬਹੁਤ ਸਾਰੇ ਸਿੱਖਾਂ ਨੂੰ ਖੜੇ ਕਰ ਦਿੱਤਾ ਹੈ। ਗੁਰ ਢਿੱਗ ਤਬ ਗੁਰਦਾਸ ਸਿਧਾਏ। ਤੇ ਉਧਰ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਕੋਲ ਆ ਗਏ ਹੈ।
ਉੱਥੇ ਸਿੱਖਾਂ ਨੂੰ ਪਹਿਰੇ ਤੇ ਖੜੇ ਕਰ ਦਿੱਤਾ ਹੈ ਤੇ ਭਾਈ ਗੁਰਦਾਸ ਜੀ ਆਪ ਹਜੂਰ ਸਤਿਗੁਰਾਂ ਦੇ ਕੋਲ ਆ ਗਏ ਹਨ। ਓਤ ਸ੍ਰੀ ਅਰਜਨ ਢਿਗ ਪੋਥੀਨ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਹਜੂਰ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕਰਕੇ ਆਏ ਹੈ। ਬਸਹਿ ਪ੍ਰੇਮ ਕਰ ਭਾਉ ਪ੍ਰਬੀਨ। ਮਹਾਰਾਜ ਸੱਚੇ ਪਾਤਸ਼ਾਹ ਥੜੇ ਸਾਹਿਬ ਵਾਲੇ ਅਸਥਾਨ ਤੇ ਉਹਨਾਂ ਪੋਥੀਆਂ ਸਾਹਿਬ ਦੇ ਕੋਲ ਹੀ ਮਹਾਰਾਜ ਬੈਠੇ ਹੈ। ਬੈਠ ਥੜੇ ਦੀਵਾਨ ਲਗਾਵੈ। ਤੇ ਜਦੋਂ ਸਿੱਖ ਸੰਗਤਾਂ ਆਉਂਦੀਆਂ ਸਤਿਗੁਰੂ ਜੀ ਉਹ ਥੜੇ ਸਾਹਿਬ ਵਾਲੇ ਅਸਥਾਨ ਤੇ ਬੈਠ ਕਰਕੇ ਦੀਵਾਨ ਸਜਾਉਂਦੇ ਹੈ। ਸੱਚੇ ਪਾਤਸ਼ਾਹ ਜੀ ਆਈ ਹੋਈ ਸੰਗਤ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਆ। ਸਭ ਸੰਗਤ ਕੋ ਦਰਸ ਦਿਖਾਵੇ। ਤੇ ਜਿਹੜੀਆਂ ਕੋਈ ਦੂਰੋਂ ਦੂਰੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰੂ ਜੀ ਉਸ ਥੜੇ ਦੇ ਉੱਪਰ ਬੈਠ ਕਰਕੇ ਦਰਸ਼ਨ ਦੇ ਕਰਕੇ ਨਿਹਾਲ ਕਰਦੇ ਹਨ। ਜਾਏ ਕੀਨ ਅਰਦਾਸ ਅਗਾਰੀ। ਭਾਈ ਗੁਰਦਾਸ ਸਾਹਿਬ ਜੀ ਜਦੋਂ ਸਤਿਗੁਰਾਂ ਦੇ ਕੋਲ ਚੱਲ ਕੇ ਆਏ ਨੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਅਰਦਾਸ ਕੀਤੀ ਹੈ। ਸ੍ਰੀ ਗੁਰ ਭਇਓ ਸਥਾਨ ਤਿਆਰੀ। ਬੇਨਤੀ ਕਰਕੇ ਦੱਸਿਆ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਜਿਹੜਾ ਆਪ ਹੁਕਮ ਕਰਕੇ ਆਏ ਸੀ ਨਾ ਉਹ ਸਥਾਨ ਮਹਾਰਾਜ ਸਾਰੀ ਤਿਆਰੀ ਹੋ ਗਈ ਹੈ। ਸੋਹਣੇ ਢੰਗ ਦੇ ਨਾਲ ਮਹਾਰਾਜ ਉੱਥੇ ਸਾਰੀ ਤਿਆਰੀ ਕਰ ਦਿੱਤੀ ਗਈ ਹੈ। ਚੌਹਾਂ ਦੇਸ ਤੇ ਰਮਣੀਕ ਬਣਾਵਾ। ਮਹਾਰਾਜ ਚੌਹਾਂ ਪਾਸਿਆਂ ਤੋਂ ਬੜੀ ਰਮਣੀਕ ਉੱਥੇ ਜਗ੍ਹਾ ਬਣਾ ਦਿੱਤੀ ਗਈ ਹੈ। ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀਗਾ ਤਿਵੇਂ ਮਹਾਰਾਜ ਬੜੇ ਸੋਹਣੇ ਢੰਗ ਦੇ ਨਾਲ ਉਸ ਜਗ੍ਹਾ ਨੂੰ ਬੜਾ ਹੀ ਸੁੰਦਰ ਬਣਾ ਦਿੱਤਾ ਹੈ। ਬ੍ਰਿੰਦ ਤਰੋਵਰ ਜਹ ਦਰਸਟਾਵਾ। ਜਿੱਥੇ ਮਹਾਰਾਜ ਬਹੁਤ ਸਾਰੇ ਰੁੱਖ ਖੜੇ ਹੋ ਨਜ਼ਰ ਆਉਂਦੇ ਹਨ। ਸੁਨ ਸ੍ਰੀ ਅਰਜਨ ਸਭ ਪੋਥੀਨ। ਉਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਤੋਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿੰਨੀਆਂ ਵੀ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਹਨ ਲੈ ਗਮਨੇ ਉਤਸਾਹੋ ਸੋ ਕੀਨ। ਬੜਾ ਉਤਸ਼ਾਹ ਧਾਰਨ ਕੀਤਾ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਬਚਨ ਕੀਤਾ ਸੀ ਕਿ ਇਸ ਗੁਰਬਾਣੀ ਨੂੰ ਅਖੰਡ ਰੱਖਣ ਦੇ ਵਾਸਤੇ ਕਿ ਜਿਹੜੇ ਸਾਧ ਸੰਗਤ ਜੀ ਕੱਚੀ ਬਾਣੀ ਆਪਣੇ ਮੁਖ ਤੋਂ ਉਚਾਰਨ ਕਰਕੇ ਇਹਦੇ ਵਿੱਚ ਮਿਲਾਵਟ ਕਰਦੇ ਪਏ ਹੈ ਇਸ ਗੁਰਬਾਣੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਾ ਕਿਤੇ ਹੋ ਜਾਵੇ। ਇਹ ਕਾਰਜ ਬਹੁਤ ਛੇਤੀ ਕਰਨ ਵਾਲਾ ਹੈ ਕਿ ਜਿਹੜੀ ਸੰਸਾਰ ਦੇ तमाम ਜੀਵਾਂ ਦੀ ਕਲਿਆਣ ਹਿਤ ਗੁਰੂ ਕੀ ਬਾਣੀ ਸਾਰੀ ਇਕੱਤਰ ਕਰਕੇ ਇਹਦੀ ਇੱਕ ਬੀੜ ਤਿਆਰ ਕੀਤੀ ਜਾਵੇਗੀ। ਤੇ ਕਵੀ ਜੀ ਕਹਿੰਦੇ ਜਦੋਂ ਭਾਈ ਗੁਰਦਾਸ ਜੀ ਨੇ ਆ ਕੇ ਦੱਸਿਆ ਨਾ ਕਿ ਮਹਾਰਾਜ ਸਾਰੀ ਤਿਆਰੀ ਹੋ ਗਈ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਬੜਾ ਉਤਸ਼ਾਹ ਧਾਰਨ ਕੀਤਾ। ਹਜੂਰ ਕਾਲੀ ਦੇ ਨਾਲ ਫਿਰ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕਰਕੇ ਚੱਲ ਪਏ ਆ। ਖਾਸੇ ਕੋ ਉਚਵਾਏ ਚੱਲੇ ਹੈ। ਜਿਵੇਂ ਪਹਿਲਾਂ ਪਾਲਕੀ ਦੇ ਵਿੱਚ ਸੁਸ਼ੋਭਿਤ ਕਰਕੇ ਪੋਥੀਆਂ ਸਾਹਿਬ ਲੈ ਕੇ ਆਏ ਸਨ ਇਸੇ ਤਰ੍ਹਾਂ ਉਸ ਪਾਲਕੀ ਵਿੱਚ ਫੇਰ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਸੁਸ਼ੋਭਿਤ ਕਰ ਦਿੱਤੀਆਂ ਤੇ ਮਹਾਰਾਜ ਬੜੇ ਅਦਬ ਦੇ ਨਾਲ ਇਹ ਪੋਥੀਆਂ ਸਾਹਿਬ ਲੈ ਕੇ ਜਾ ਰਹੇ ਹਨ। ਦੋਹੇ ਦੇਸ ਸੁੰਦਰ ਚਮਰ ਟੁਲੇ ਹੈ। ਤੇ ਦੋਵੇਂ ਪਾਸੇ ਸੁੰਦਰ ਚੌਰ ਉੱਪਰ ਢੁੱਲਦਾ ਪਿਆ ਸਿੱਖ ਚੌਰ ਕਰਦੇ ਦੋਵੇਂ ਪਾਸੇ ਹੋ ਕਰਕੇ। ਮੁਕਤਾ ਗਨ ਪਰ ਮਨ ਹੋ ਮਰਾਲ। ਕਵੀ ਜੀ ਕਹਿੰਦੇ ਜਿਵੇਂ ਮੋਤੀਆਂ ਦੇ ਮਾਲਾ ਦੇ ਉੱਪਰ ਹੰਸ ਉੱਡਦਾ ਹੋਇਆ ਜਾਂਦਾ ਹੈ ਨਾ ਇਦਾਂ ਸਾਧ ਸੰਗਤ ਜੀ ਚੌਰ ਦੋਹਾਂ ਪਾਸਿਆਂ ਤੋਂ ਚਿੱਟੇ ਰੰਗ ਦੇ ਬੜੇ ਸੋਹਣੇ ਝੂਲਦੇ ਹੋਏ ਨਜ਼ਰ ਆਉਂਦੇ ਆ। ਉਡਤ ਭ੍ਰਮਤ ਨਿਕਟ ਨਾ ਡਰ ਨਾਲ। ਜਿਵੇਂ ਨੇੜੇ ਨਹੀਂ ਨਾ ਆਉਂਦਾ ਉੱਚਾ ਉੱਚਾ ਕਹਿੰਦੇ ਹੰਸ ਉੱਡ ਕਰਕੇ ਜਾਂਦਾ ਹੈ ਇਸੇ ਤਰ੍ਹਾਂ ਦੋਵੇਂ ਪਾਸੇ ਹੋ ਕਰਕੇ ਸਿੱਖ ਜਦੋਂ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਪਾਲਕੀ ਦੇ ਉੱਪਰ ਚੌਰ ਕਰਦੇ ਆ ਮੰਨ ਲਓ ਕਿ ਜਿਵੇਂ ਹੰਸੀ ਉੱਡਦਾ ਹੋਏ ਜਾ ਰਹੇ ਹੋਣ। ਸਿੱਖ ਸੰਗਤ ਲੈ ਫੂਲਨ ਮਾਲਾ। ਤੇ ਗੁਰੂ ਕੀਆਂ ਪਿਆਰ ਵਾਲੀਆਂ ਜੋ ਸਿੱਖ ਸੰਗਤਾਂ ਹਨ ਤੇ ਇਹਨਾਂ ਨੇ ਫੁੱਲਾਂ ਦੀਆਂ ਮਾਲਾ ਤਿਆਰ ਕੀਤੀਆਂ ਆਪਣੇ ਹੱਥਾਂ ਵਿੱਚ ਫੜੀਆਂ ਹਨ। ਲਰਕਾਈ ਚੌਹ ਦਿਸਨ ਵਿਸਾਲਾ। ਤੇ ਬਹੁਤ ਸਾਰੀਆਂ ਉਸ ਪਾਲਕੀ ਦੇ ਵਿੱਚ ਚੌਹਾਂ ਪਾਸਿਆਂ ਤੇ ਮਾਲਾ ਲਟਕਾ ਦਿੱਤੀਆਂ ਗਈਆਂ ਕਿਉਂਕਿ ਸਿੱਖ ਸੰਗਤਾਂ ਦੇ ਮਨਾਂ ਵਿੱਚ ਵੀ ਬਹੁਤ ਭਾਰੀ ਚਾਹ ਹੈ ਬੜਾ ਪਿਆਰ ਹੈ ਉਹਨਾਂ ਦੇ ਹਿਰਦੇ ਅੰਦਰ ਤੇ ਬੜੇ ਉਤਸ਼ਾਹ ਸਹਿਤ ਹੋ ਕਰਕੇ ਫੁੱਲਾਂ ਦੀ ਮਾਲਾ ਉਹ ਤਿਆਰ ਕਰਦੇ ਹੈ
ਤੇ ਸਾਰੀ ਤਿਆਰੀ ਕਰ ਕਰਕੇ ਉਹ ਪਾਲਕੀ ਸਾਹਿਬ ਨੂੰ ਬੜੇ ਸੋਹਣੇ ਢੰਗ ਦੇ ਨਾਲ ਸਜਾਇਆ ਹੈ। ਧੂਪ ਤੁਖਾਵਤ ਜਾਤ ਅਗਾਰੀ, ਤੇ ਕਈ ਸਿੱਖ ਹੱਥਾਂ ਵਿੱਚ ਧੂਪ ਲੈ ਕਰਕੇ ਉਸ ਨੂੰ ਤੁਖਾ ਕੇ ਅੱਗੇ ਅੱਗੇ ਲੈ ਕੇ ਜਾ ਰਹੇ ਹਨ। ਧੁਨ ਮਿਲ ਜੈ ਜੈਕਾਰ ਉਚਾਰੀ, ਤੇ ਗੁਰੂ ਕੀਆਂ ਪਿਆਰ ਵਾਲੀਆਂ ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਹੋਵੇ, ਸਭ ਥਾਵਾਂ ਤੇ ਜੈ ਜਿਤ ਹੈ, ਗਰੀਬ ਨਵਾਜ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਹੋ ਜਾ ਰਹੇ ਹੈ। ਜੈ ਜੈਕਾਰ ਦੀ ਧੁਨਾਈ ਸਾਰੇ ਪਾਸੇ ਆਵਾਜ਼ ਆ ਰਹੀ ਹੈ। ਹੋਤ ਭਇਓ ਸੰਕਨ ਕੋ ਛੋਰਾ, ਤੇ ਕਈ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਸੰਖ ਲਏ ਹੈ। ਜਦੋਂ ਸੰਖ ਪੂਰਦੇ ਹੈ ਤੇ ਕਵੀ ਜੀ ਕਹਿੰਦੇ ਦੂਰ ਦੂਰ ਤੱਕ ਸੰਖ ਪੂਰਨੇ ਦੀ ਆਵਾਜ਼ ਆ ਰਹੀ ਹੈ। ਕਰਹਿ ਕੀਰਤਨ ਮਿਲ ਮਿਲ ਜੋਰਾ, ਤੇ ਕਈ ਜਿਹੜੇ ਰਾਗੀ ਸਿੱਖ ਹੈ ਸਾਧ ਸੰਗਤ ਜੀ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹੈ, ਮਿਲ ਕਰਕੇ ਜਦੋਂ ਸ਼ਬਦ ਪੜ੍ਹਦੇ ਹੋਏ ਜਾ ਰਹੇ ਹੈ। ਲਗ ਦੁੰਦਬ ਮਿਲ ਸੰਗ ਨਫੀਰਾ, ਤੇ ਕਈ ਸਿੱਖ ਨਫੀਰੀਆਂ ਲੈ ਕੇ ਵਜਾਉਂਦੇ ਹੈ। ਕਈ ਛੋਟੇ ਸਾਧ ਸੰਗਤ ਜੀ ਜਿਹੜੀਆਂ ਨਗਾਰਚੀਆਂ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ, ਇੱਕ ਨਗਾਰਾ ਵੱਡਾ ਹੁੰਦਾ ਤੇ ਉਹਨੂੰ ਨਗਾਰਚੀ ਛੋਟੀਆਂ ਹੁੰਦੀਆਂ, ਉਹ ਨਗਾਰਚੀਆਂ ਵੀ ਵਜਾਈ ਜਾ ਰਹੇ ਹੈ। ਕਈ ਹੱਥਾਂ ਵਿੱਚ ਨਫੀਰੀਆਂ ਲੈ ਲੈ ਕੇ ਵਜਾ ਰਹੇ ਹੈ। ਕਰਤ ਬਜਾਵਨ ਭੀ ਬੜ ਭੀਰਾ, ਤੇ ਜਦੋਂ ਵਜਾਉਂਦੇ ਹੈ ਨਾ ਬਹੁਤ ਸਾਰੀ ਆਵਾਜ਼ ਉਹਦੀ ਪ੍ਰਗਟ ਹੁੰਦੀ ਹੈ ਤੇ ਬਹੁਤ ਗਿਣਤੀ ਵੀ ਸਿੱਖ ਮਿਲ ਕਰਕੇ ਵਜਾ ਰਹੇ ਹੈ। ਏਮ ਉਤਸਾਹ ਕਰਤ ਗੁਰ ਚਾਲੇ, ਇਸ ਪ੍ਰਕਾਰ ਕਵੀ ਜੀ ਕਹਿੰਦੇ ਸਤਿਗੁਰੂ ਜੀ ਨੇ ਬੜਾ ਉਤਸ਼ਾਹ ਧਾਰਨ ਕੀਤਾ ਹੈ ਸਿੱਖ ਸੰਗਤਾਂ ਦੇ ਨਾਲ। ਗਰੀਬ ਨਵਾਜ ਸਤਿਗੁਰੂ ਜੀ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕੇ ਜਾ ਰਹੇ ਹੈ। ਗਮਨੇ ਸਿੱਖ ਸੋ ਪ੍ਰੇਮ ਵਿਸਾਲੇ, ਤੇ ਸਿੱਖਾਂ ਦੇ ਹਿਰਦਿਆਂ ਵਿੱਚ ਵੀ ਬਹੁਤ ਭਾਰੀ ਪ੍ਰੇਮ ਹੈ। ਬੜਾ ਪ੍ਰੇਮ ਤੇ ਉਤਸ਼ਾਹ ਸਹਿਤ ਹੋ ਕਰਕੇ ਹਜੂਰ ਦੇ ਨਾਲ ਤੁਰੇ ਜਾ ਰਹੇ ਹੈ। ਸਨੇ ਸਨੇਤ ਸਥਾਲ ਪਹੁੰਚੇ, ਤੇ ਫਿਰ ਸਹਿਜੀ ਸਹਿਜੀ ਚੱਲਦੇ ਹੋਇਆ ਉਸ ਅਸਥਾਨ ਤੇ ਪਹੁੰਚ ਗਏ ਹਨ। ਚੱਲ ਦਲ ਸਦਲ ਝੁਲਤ ਚਹੂਰੇ, ਜੇ ਸਥਾਨ ਤੇ ਕਹਿੰਦੇ ਕਿ ਬਹੁਤ ਸਾਰੇ ਬੋੜ ਇਤਿਆਦਿਕ ਦੇ ਰੁੱਖ ਹੈ, ਜਿੱਥੇ ਸੰਘਣੀ ਰਮਣੀਕ ਜਗ੍ਹਾ ਤਿਆਰੀ ਕੀਤੀ ਗਈ ਹੈ ਨਾ, ਉਸ ਸਥਾਨ ਤੇ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਹਨ। ਸੁੰਦਰ ਚੌਹ ਦਿਸ ਬੰਨਿਓ ਨਿਹਾਰਾ, ਤੇ ਦੇਖਿਆ ਹੈ ਜਾ ਕਰਕੇ ਕਿ ਸੁੰਦਰ ਚੌਹ ਦਿਸ਼ ਬਨਿਓ ਨਿਹਾਰਾ। ਮਹਾਰਾਜ ਨੇ ਜਾ ਕੇ ਦੇਖਿਆ ਕਿ ਬੜੀ ਸੁੰਦਰਤਾ ਸਹਿਤ ਨਜ਼ਰ ਆਉਂਦਾ ਪਿਆ। ਜਿਹੜੀ ਭਾਈ ਗੁਰਦਾਸ ਸਾਹਿਬ ਜੀ ਨੇ ਤਿਆਰੀ ਕਰਵਾਈ ਹੈ ਨਾ, ਔਰ ਜਗ੍ਹਾ ਭਾਵੇਂ ਪਹਿਲਾਂ ਵੀ ਬੜੀ ਹਰਿਆਵਲਤਾ ਸਹਿਤ ਸੁੰਦਰ ਸੀ, ਪਰ ਉਹ ਚੰਗੀ ਤਰ੍ਹਾਂ ਉੱਥੇ ਸਾਫ ਸਫਾਈ ਕਰਕੇ ਕਨਾਤਾਂ ਤਾਣ ਕੇ ਤੰਬੂ ਲਗਾ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਤਿਆਰੀ ਕਰ ਦਿੱਤੀ ਹੈ। ਮਹਾਰਾਜ ਦੇਖ ਕਰਕੇ ਸੱਚੇ ਪਾਤਸ਼ਾਹ ਜੀ ਦੇਖ ਰਹੇ ਆ ਕੇ ਕਿ ਬੜਾ ਹੀ ਸੋਹਣਾ ਨਜ਼ਰ ਆ ਰਿਹਾ ਹੈ। ਲਪਟੈ ਛੁਟਤ ਅਦਕ ਮਹਿਕਾਰਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਜਿਹੜਾ ਵੀ ਕੋਈ ਆ ਕਰਕੇ ਦੇਖਦਾ ਹੈ ਨਾ, ਬੜਾ ਹੈਰਾਨ ਹੁੰਦਾ ਤੇ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਜਿਹੜੇ ਗੁਲਾਬ ਜਲ ਦਾ ਛਿੜਕਾਅ ਕੀਤਾ ਹੋਇਆ ਸਾਧ ਸੰਗਤ ਜੀ ਉਹਦੀ ਬੜੀ ਮਹਿਕ ਆ ਰਹੀ ਹੈ, ਬੜੀ ਹੀ ਸੁਗੰਧੀ ਉਹਦੀ ਆ ਰਹੀ ਹੈ। ਆਦਿਕ ਪ੍ਰਸੰਨ ਭਏ ਪਿਖ ਸਾਰੇ, ਤੇ ਸਾਰੇ ਸਿੱਖ ਸੰਗਤਾਂ ਦੇਖ ਕਰਕੇ ਬਹੁਤ ਭਾਰੀ ਪ੍ਰਸੰਨ ਹੋ ਰਹੇ ਆ। ਅੰਤਰ ਖਾਸਾ ਦੀਨ ਉਤਾਰੇ, ਤੰਬੂ ਦੇ ਅੰਦਰ ਉਹ ਪਾਲਕੀ ਸਾਹਿਬ ਸੱਚੇ ਪਾਤਸ਼ਾਹ ਨੇ ਜਿਹਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਸੁਸ਼ੋਭਿਤ ਕੀਤੀਆਂ, ਉਹ ਤੰਬੂ ਦੇ ਅੰਦਰ ਲਿਆ ਕਰਕੇ ਪ੍ਰਵੇਸ਼ ਕਰ ਦਿੱਤੀ ਹੈ। ਖੁਸ਼ੀ ਕਰੀ ਉਪਰ ਗੁਰਦਾਸ, ਭਾਈ ਗੁਰਦਾਸ ਸਾਹਿਬ ਜੀ ਉੱਪਰ ਮਹਾਰਾਜ ਸਾਹਿਬ ਜੀ ਨੇ ਮਹਾਨ ਖੁਸ਼ੀ ਕਰਨਾ ਕੀਤੀ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਆ। ਬੈਠੇ ਸਤਿਗੁਰ ਧਰੇ ਹੁਲਾਸ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹ ਤੰਬੂ ਦੇ ਅੰਦਰ ਪ੍ਰਵੇਸ਼ ਹੋ ਕਰਕੇ ਬੜਾ ਪ੍ਰਸੰਨ ਹੋ ਕਰਕੇ ਬੈਠ ਗਏ ਆ। ਸਿੱਖ ਸੰਗਤ ਬੈਠੇ ਤੇ ਸਥਾਨ, ਤੇ ਹੋਰ ਵੀ ਜਿਹੜੀਆਂ ਨਾਲ ਸਿੱਖ ਸੰਗਤਾਂ ਚੱਲ ਕੇ ਆਈਆਂ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਤੰਬੂ ਦੇ ਕੋਲ ਬੈਠ ਗਏ
ਗੁਰ ਕੇ ਚੌਹ ਦਿਸ ਲੱਗਿਓ ਦੀਵਾਨ। ਤੇ ਸਤਿਗੁਰੂ ਜੀ ਦੇ ਚੌਹਾਂ ਪਾਸਿਆਂ ਤੇ ਭਾਰੀ ਸਿੱਖ ਸੰਗਤਾਂ ਦੀ ਜਦੋਂ ਆ ਕਰਕੇ ਬੈਠ ਗਈਆਂ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਭਾਰੀ ਦੀਵਾਨ ਸਜ ਗਿਆ ਹੈ। ਸਮੁਖ ਸਥਾਨ ਨੰਬਰ ਕੁਛ ਨੀਰਾ। ਤੋ ਇਸ ਪ੍ਰਕਾਰ ਉਸ ਅਸਥਾਨ ਤੇ ਐਨ ਤੰਬੂ ਦੇ ਸਾਹਮਣੇ ਕਵੀ ਜੀ ਕਹਿੰਦੇ ਨੀਵੇਂ ਥਾਂ ਤੇ ਜਿਹੜਾ ਜਲ ਉਹ ਵੀ ਨਜ਼ਰ ਆਉਂਦਾ ਹੈ। ਤਿਸ ਪਿਖ ਬੋਲੇ ਸਤਿਗੁਰ ਧੀਰਾ। ਉਸ ਨੀਵੇਂ ਥਾਂ ਤੇ ਨਿਵਾਣ ਵਾਲੇ ਪਾਸੇ ਜਲ ਨੂੰ ਦੇਖ ਕਰਕੇ ਧੀਰਜਧਾਰੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ। ਨਿਜ ਦਾਸਨ ਕੇ ਹਿਤ ਕਲਿਆਣ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੀ ਕਲਿਆਣ ਕਰਨ ਦੇ ਵਾਸਤੇ ਕਿ ਜਿਹੜਾ ਵੀ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਚੱਲ ਕਰਕੇ ਆਵੇ ਉਹਦੀ ਕਲਿਆਣ ਹੋਵੇ। ਤੇ ਕਵੀ ਜੀ ਕਹਿੰਦੇ ਮਹਾਰਾਜ ਆਪਣੇ ਦਾਸਾਂ ਦੀ ਕਲਿਆਣ ਕਰਨ ਦੇ ਹਿੱਤ ਉਸ ਜਲ ਵੱਲ ਦੇਖ ਕਰਕੇ ਬਚਨ ਕਰਦੇ ਆ। ਅਲਪ ਰਚੋ ਸਰ ਸੁੰਦਰ ਥਾਨ। ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇੱਕ ਛੋਟੇ ਆਕਾਰ ਦਾ ਇੱਥੇ ਸਰੋਵਰ ਤਿਆਰ ਕਰ ਦੇਣਾ ਕਰੋ। ਜੇਤਕ ਨਿਕਾਸਹਿ ਕਾਰ ਯਹਾਂ ਕੀ। ਇਥੋਂ ਜਿੰਨੀ ਕੋ ਜ਼ਿਆਦਾ ਕੋ ਭਾਵਨਾ ਦੇ ਨਾਲ ਸੇਵਾ ਕਰੇਗਾ ਨਾ, ਗਾਰ ਕੱਢੇਗਾ, ਭਾਵ ਉਸ ਜਲ ਦੇ ਵਾਲੀ ਥਾਂ ਤੇ ਸਰੋਵਰ ਤਿਆਰ ਕਰਨ ਦੇ ਵਾਸਤੇ ਜਿਹੜਾ ਜਿੰਨੀ ਕੋ ਭਾਵਨਾ ਦੇ ਨਾਲ ਜਿੰਨੀ ਜ਼ਿਆਦਾ ਕੋਈ ਇਥੋਂ ਦੀ ਗਾਰ ਕੱਢਣਾ ਕਰੇਗਾ, ਤੇਤਕ ਮਲਿਨਤਾ ਨਾਸਹਿ ਤਾਕੀ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਉਨੀ ਜ਼ਿਆਦਾ ਉਹ ਸਿੱਖ ਦੇ ਹਿਰਦੇ ਦੀ ਮਲੀਨਤਾ ਦੂਰ ਹੋਵੇਗੀ, ਨਾਸ਼ ਹੋ ਜਾਵੇਗੀ ਉਹਦੇ ਅੰਦਰ ਦੀ ਮਲੀਨਤਾ, ਪੂਰਬਲੇ ਪਾਪ ਕਰਮਾਂ ਦੀ ਮੈਲ। ਸੱਚੇ ਪਾਤਸ਼ਾਹ ਕਹਿੰਦੇ ਉਨੀ ਜ਼ਿਆਦਾ ਉਹਦੀ ਲਹਿ ਜਾਵੇਗੀ, ਨਾਸ਼ ਹੋ ਜਾਵੇਗੀ। ਜਿਹੜਾ ਸਿੱਖ ਜ਼ਿਆਦਾ ਜਿੰਨੀ ਜ਼ਿਆਦਾ ਕੋ ਗਾਰ ਕੱਢਣ ਦੀ ਸੇਵਾ ਕਰੇਗਾ, ਜਿੰਨਾ ਕੋ ਜ਼ਿਆਦਾ ਭਾਵਨਾ ਦੇ ਨਾਲ ਸੇਵਾ ਕਰੇਗਾ, ਸੇਵਾ ਕਰਹਿ ਤੀਰਥਨ ਕੇਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋ ਇੱਥੇ ਸੇਵਾ ਕਰਨਾ ਕਰੋ ਭਾਵਨਾ ਦੇ ਨਾਲ, ਤੀਰਥਨ ਕੇਰੀ ਤੀਰਥ ਬਣਾਉਣ ਦੇ ਵਾਸਤੇ, ਇੱਥੇ ਸੁੰਦਰ ਸਰੋਵਰ ਤਿਆਰ ਕਰਨ ਦੇ ਵਾਸਤੇ ਆਪ ਜੀ ਭਾਵਨਾ ਦੇ ਨਾਲ ਸੇਵਾ ਕਰਨਾ ਕਰੋ। ਦੋਹੇ ਲੋਕਨ ਲਹਿ ਸ੍ਰੇਯ ਕਨੇਰੀ। ਤੇ ਦੋਵਾਂ ਲੋਕਾਂ ਵਿੱਚ ਤੁਹਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਇਸ ਸ਼ਲੋਕ ਵਿੱਚ ਜੀਵਨ ਮੁਕਤੀ ਦਾ ਆਨੰਦ ਮਾਣੋਗੇ, ਪਰਮਾਤਮਾ ਦੇ ਘਰ ਵਿੱਚ ਵੀ ਮੁਕਤ ਹੋ ਕਰਕੇ ਜਾਣਾ ਕਰੋਗੇ, ਕੇਵਲ ਮੋਕਸ਼ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ, ਭਾਵ ਦੋਵਾਂ ਲੋਕਾਂ ਦੇ ਸੁਖ ਪ੍ਰਾਪਤ ਹੋਣਗੇ। ਸ੍ਰੀ ਅਰਜਨ ਕੋ ਸੁਨ ਫੁਰਮਾਵਨ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਤੇ ਸਿੱਖ ਸੰਗਤਾਂ ਨੇ ਸੁਣਿਆ ਹੈ। ਸੰਗਤ ਉਠੀ ਕਾਰ ਨਿਕਸਾਵਨ। ਤੇ ਕਵੀ ਜੀ ਕਹਿੰਦੇ ਸੰਗਤਾਂ ਬੜੇ ਉਤਸ਼ਾਹ ਦੇ ਸਹਿਤ ਹੋ ਕੇ, ਬੜਾ ਪ੍ਰੇਮ ਧਾਰਨ ਕਰਕੇ ਕਾਲੀ ਦੇ ਨਾਲ ਉਹ ਗਾਰ ਕੱਢਣ ਦੇ ਵਾਸਤੇ ਉੱਠ ਗਏ ਆ। ਏਕ ਜਾਮ ਲੋ ਕਰੀ ਨਿਕਾਸਨ। ਤੇ ਇੱਕ ਪੈਰ ਲਗਾਤਾਰ ਉਹ ਗਾਰ ਕੱਢਣ ਦੀ ਸਿੱਖ ਸੰਗਤਾਂ ਨੇ ਸੇਵਾ ਕੀਤੀ ਹੈ। ਰਚਿਓ ਅਲਪ ਸਰ ਮਿਲ ਬਹੁ ਦਾਸਨ। ਤੇ ਬਹੁਤ ਸਾਰੇ ਦਾਸਾਂ ਸਿੱਖਾਂ ਨੇ ਮਿਲ ਕਰਕੇ ਇੱਕ ਛੋਟੇ ਆਕਾਰ ਦਾ ਉੱਥੇ ਸਰੋਵਰ ਤਿਆਰ ਕੀਤਾ ਹੈ। ਭੇਕ ਸੰਧਿਆ ਸਭ ਗੁਰੂ ਹਟਾਏ। ਕਵੀ ਜੀ ਕਹਿੰਦੇ ਸ਼ਾਮ ਦਾ ਸਮਾਂ ਹੋਇਆ ਦੇਖ ਕਰਕੇ ਸਤਿਗੁਰੂ ਜੀ ਨੇ ਸਾਰੇ ਸਿੱਖ ਸੰਗਤਾਂ ਨੂੰ ਹਟਾ ਦਿੱਤਾ ਕਿ ਭਲਿਓ ਹੁਣ ਸੇਵਾ ਹੋ ਗਈ ਹੈ। ਮਹਾਰਾਜ ਸਾਹਿਬ ਜੀ ਨੇ ਹੁਕਮ ਕਰਕੇ ਸਭ ਨੂੰ ਹਟਾਇਆ ਹੈ। ਸੰਗਤ ਥੇਤ ਹੋਏ ਬਾਕ ਅਲਾਏ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਕੋਲ ਸਿੱਖ ਸੰਗਤ ਜਦੋਂ ਆ ਕਰਕੇ ਟਿਕ ਗਈ ਹੈ, ਸੱਚੇ ਪਾਤਸ਼ਾਹ ਜੀ ਨੇ ਫਿਰ ਤਿੰਨਾਂ ਨੂੰ ਬਚਨ ਕਰਨਾ ਕੀਤਾ। ਸ੍ਰੀ ਗੁਰ ਜੀ ਤੀਰਥ ਇਸ ਕੇਰਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਕੋਲ ਜਦੋਂ ਸਿੱਖ ਸੰਗਤਾਂ ਨੇ ਵੀ ਆ ਕਰਕੇ ਪੁੱਛਣਾ ਕੀਤਾ, ਹੇ ਮਹਾਰਾਜ ਇਹ ਜਿਹੜਾ ਤੀਰਥ ਆਪ ਜੀ ਨੇ ਸਰੋਵਰ ਤਿਆਰ ਕਰਾਉਣਾ ਕੀਤਾ, ਧਰੋ ਨਾਮ ਹੋਏ ਬਿਦਤ ਵਡੇਰਾ। ਮਹਾਰਾਜ ਜੀ ਦਾ ਨਾਮ ਹੀ ਆਪ ਜੀ ਧਾਰਨਾ ਕਰੋ, ਕੀ ਨਾਮ ਹੋਵੇਗਾ ਜਿਹੜਾ ਬੜਾ ਵਿਸ਼ਾਲ ਬਹੁਤ ਵੱਡਾ ਮਹਾਤਮ ਜਿਸ ਦਾ ਹੋਵੇ। ਸੁਨ ਬੁੱਢੇ ਕੋ ਝੂਲਨ ਠਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਬੇਨਤੀ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਪੁੱਛਣਾ ਕੀਤਾ ਹੈ। ਸੁਨ ਬੁੱਢੇ ਕੋ ਬੂਝਨ ਠਾਨਾ, ਪੁੱਛਣ ਦੇ ਵਾਸਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ। ਕੌਣ ਨਾਮ ਇਸ ਕਰਹਿ ਬਖਾਨਾ। ਮਹਾਰਾਜ ਬਾਬਾ ਬੁੱਢਾ ਜੀ ਨੂੰ ਪੁੱਛਦੇ ਆ ਕਿ ਬਾਬਾ ਜੀ ਕੀ ਨਾਮ ਰੱਖਣਾ ਚਾਹੀਦਾ ਇਸ ਅਸਥਾਨ ਦਾ। ਸਤਿਗੁਰੂ ਜੀ ਆਪ ਭਾਵੇਂ ਸਮਰੱਥ ਹੈ
ਪਰ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਮਾਣ ਦੇ ਰਹੇ ਹੈ। ਕਹਿਣ ਲੱਗੇ, ਬਾਬਾ ਜੀ ਕੀ ਨਾਮ ਇਸ ਅਸਥਾਨ ਦਾ, ਇਸ ਤੀਰਥ ਦਾ ਰੱਖਣਾ ਚਾਹੀਦਾ ਹੈ। ਹੋਏ ਸਾਰਥ ਫਲਦਾਇਕ ਭਾਰੀ, ਜਿਸ ਕਰਕੇ ਬਹੁਤ ਹੀ ਜਿਹੜਾ ਸਹਿਤ ਅਰਥਾਂ ਦੀ ਸਹਿਤ ਨਾਮ ਹੋਵੇ ਤੇ ਉਹਦਾ ਮਹਾਤਮ ਫਲ ਵੀ ਬਹੁਤ ਭਾਰੀ ਹੋਣਾ ਕਰੇ। ਮੱਜਤ ਆਗ ਕੀ ਮੈਲ ਉਤਾਰੀ, ਔਰ ਜਿਸ ਅਸਥਾਨ ਦੇ ਜਿਸ ਸਰੋਵਰ ਦੇ ਵਿੱਚ ਇਸ਼ਨਾਨ ਕਰਨੇ ਨਾਲ ਜੀਵਾਂ ਦੀ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਵੀ ਲੈ ਜਾਣਾ ਕਰੇ। ਸ੍ਰੀ ਗੁਰ ਤੁਮ ਸਮਰੱਖ ਵਿਸਾਲਾ। ਤੇ ਬਾਬਾ ਬੁੱਢਾ ਜੀ ਮਹਾਰਾਜ ਦਾ ਹੁਕਮ ਸੁਣ ਕੇ ਸੱਚੇ ਪਾਤਸ਼ਾਹੀ ਦਾ ਬਚਨ ਸੁਣਿਆ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਸਮਰੱਥ ਹੋ। ਸਤਿਗੁਰੂ ਜੀ ਆਪ ਜੀ ਸਰਬ ਕਲਾ ਸਮਰੱਥ ਹੋ। ਲਖ ਬਿਰਤਾਂਤ ਜੋ ਹੋਏ ਤ੍ਰੈ ਕਾਲਾ, ਮਹਾਰਾਜ ਆਪ ਜੀ ਤਿੰਨਾਂ ਸਮਿਆਂ ਦੇ ਗਿਆਤੇ ਹੋ। ਭੂਤ ਭਵਿੱਖਤ ਵਰਤਮਾਨ ਸਮਿਆਂ ਵਿੱਚ ਜੋ ਕੁਝ ਵੀ ਹੁੰਦਾ ਹੋਇਆ ਸੀ, ਹੋ ਰਿਹਾ ਤੇ ਹੋਵੇਗਾ। ਮਹਾਰਾਜ ਆਪ ਜੀ ਹਰ ਪ੍ਰਕਾਰ ਸਭ ਥਾਵਾਂ ਤੇ ਜਾਣਦੇ ਹੋ। ਰਾਵਰ ਅਛਤ ਨਾ ਸਮਰੱਥ ਕਾਹੂ, ਕਿਉਂਕਿ ਤੁਹਾਡੇ ਤੋਂ ਬਿਨਾ ਮਹਾਰਾਜ ਸਮਰੱਥ ਹੋਰ ਕੋਈ ਨਹੀਂ ਹੈ। ਧਰੋ ਨਾਮ ਜਿਮ ਹੋਏ ਮਨ ਮਾਹੂ, ਜਿਵੇਂ ਮਹਾਰਾਜ ਆਪ ਜੀ ਦੇ ਹਿਰਦੇ ਅੰਦਰ ਹੈ, ਜੋ ਆਪ ਜੀ ਦੇ ਮਨ ਵਿੱਚ ਆਵੇ ਸੱਚੇ ਪਾਤਸ਼ਾਹ ਤਿਵੇਂ ਨਾਮ ਧਰ ਦੇਣਾ ਕਰੋ। ਜੋ ਆਪ ਜੀ ਸੱਚੇ ਪਾਤਸ਼ਾਹ ਦੀ ਚਾਹਤ ਕਰੋ, ਜੋ ਆਪ ਜੀ ਤੁਹਾਡੇ ਮਨ ਵਿੱਚ ਆਉਣਾ ਕਰੇਗਾ ਉਹੀ ਨਾਮ ਆਪ ਰੱਖ ਦੇਵੋ, ਕਿਉਂਕਿ ਤੁਸੀਂ ਮਹਾਰਾਜ ਸਰਬ ਕਲਾ ਸਮਰੱਥ ਹੋ। ਸ੍ਰੀ ਅਰਜਨ ਸਭ ਸੁਨਤ ਉਚਾਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਤੋਂ ਜਦੋਂ ਬੇਨਤੀ ਸੁਣੀ ਹੈ ਨਾ, ਤੇ ਕਵੀ ਜੀ ਕਹਿੰਦੇ ਆ ਸ੍ਰੀ ਅਰਜਨ ਸਭ ਸੁਨਤ ਉਚਾਰਾ, ਕਿ ਸਾਰੀਆਂ ਸਿੱਖ ਸੰਗਤਾਂ ਨੂੰ ਸੁਣਾ ਕਰਕੇ ਜਿਹੜੀਆਂ ਸੰਗਤਾਂ ਸੇਵਾ ਕਰਕੇ ਵੀ ਹਟ ਗਈਆਂ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਫਿਰ ਉੱਚੀ ਆਵਾਜ਼ ਦੇ ਵੀ ਸਭ ਨੂੰ ਸੁਣਾ ਕੇ ਬਚਨ ਕੀਤਾ ਹੈ। ਪੰਚ ਬੱਟੀ ਥਿਤ ਰਾਮ ਉਦਾਰਾ, ਮਹਾਰਾਜ ਕਹਿਣ ਲੱਗੇ ਜਿਵੇਂ ਪੰਚ ਬੱਟੀ ਦਾ ਅਸਥਾਨ ਹੈ ਨਾ, ਜਿੱਥੇ ਸ਼੍ਰੀ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਆਏ ਆ ਕਰਕੇ ਟਿਕੇ ਸਨ। ਯਹਾਂ ਰਾਮ ਕੋ ਨਾਮ ਸੋ ਬਾਸਾ, ਹਜ਼ੂਰ ਕਹਿਣ ਲੱਗੇ ਭਾਈ ਸਿੱਖੋ ਇੱਥੇ ਉਸ ਰਮੇ ਹੋ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਉਹ ਨਾਮ ਦਾ ਇੱਥੇ ਵਾਸਾ ਹੋਣਾ। ਭਾਵ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਇੱਥੇ ਲੈ ਕਰਕੇ ਆਏ ਆ। ਗੁਰੂ ਕੀ ਬਾਣੀ ਸਾਧ ਸੰਗਤ ਜੀ ਪਰਮੇਸ਼ਰ ਸਰੂਪ ਹੈ, ਤੁਰੋਂ ਆਈ ਹੋ ਜਿਹੜੀ ਰੱਬੀ ਬਾਣੀ ਹੈ। ਤੇ ਮਹਾਰਾਜ ਕਹਿੰਦੇ ਇਸ ਨਾਮ ਰੂਪ ਜਿਹੜੀ ਬਾਣੀ ਹੈ ਨਾ, ਇੱਥੇ ਇਸ ਅਸਥਾਨ ਤੇ ਉਹਨੇ ਨਿਵਾਸ ਕਰਨਾ ਹੈ। ਰਚੇ ਗ੍ਰੰਥ ਸਾਹਿਬ ਸੁਖ ਰਾਸਾ, ਜਿਹੜੀ ਸੁਖਾਂ ਦੀ ਰਾਸ ਸੁਖਾਂ ਦੀ ਪੂੰਜੀ ਹੈ, ਐਸਾ ਗ੍ਰੰਥ ਸਾਹਿਬ ਅਸੀਂ ਰਚਨਾ ਕਰਾਂਗੇ। ਇਸ ਅਸਥਾਨ ਤੇ ਜਾਣ ਕੇ ਪਰਮੇਸ਼ਰ ਦੇ ਨਾਮ ਦਾ ਹੀ ਨਿਵਾਸ ਹੋ ਗਿਆ ਹੈ। ਨਾਮ ਸੋ ਨਾਮੀ ਭੇਦ ਨਾ ਕੋਈ, ਤੇ ਨਾਮ ਅਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੋਣਾ ਕਰਦਾ। ਨਾਮ ਤੋਂ ਬਿਨਾਂ ਨਾਮੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਵੇਂ ਨਾਮ ਪਤਾ ਹੋਵੇ ਤਾਂ ਹੀ ਕਿਸੇ ਨਾਮੀ ਤੱਕ ਪਹੁੰਚਿਆ ਜਾ ਸਕਦਾ। ਜਿਵੇਂ ਸੰਗਤ ਜੀ ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ, ਜੇ ਉਹਦਾ ਨਾਮ ਹੀ ਨਹੀਂ ਪਤਾ ਤੇ ਕੀ ਪੁੱਛ ਕੇ ਕੋਈ ਜਾਵੇਗਾ। ਭਾਵੇਂ ਕਿਸੇ ਵੀ ਸੰਸਾਰ ਦੇ ਕੋਨੇ ਤੇ ਹੋਵੇ, ਜੇ ਉਹਦਾ ਨਾਮ ਪਤਾ ਹੈ ਫਿਰ ਤਾਂ ਆਖਰਕਾਰ ਪੁੱਛ ਪਛਾ ਕੇ ਉੱਥੇ ਪਹੁੰਚ ਹੀ ਜਾਂਦਾ ਹੈ। ਜੇ ਨਾਮ ਹੀ ਨਹੀਂ ਪਤਾ ਤੇ ਫਿਰ ਤਾਂ ਉਹਦੇ ਪੱਲੇ ਖੁਆਰੀ ਹੈ ਨਾ, ਭਟਕਣਾ ਹੀ ਹੈ ਨਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾਊ। ਜੇ ਪੁੱਛੂ ਤੇ ਕੀ ਪੁੱਛੂ, ਕਿਹਨੂੰ ਮਿਲਣਾ ਹੈ। ਇਸ ਕਰਕੇ ਮਹਾਰਾਜ ਕਹਿਣਗੇ ਨਾਮ ਤੇ ਨਾਮੇ ਵਿੱਚ ਕੋਈ ਭੇਦ ਨਹੀਂ ਹੈ, ਇੱਕ ਰੂਪ ਹੀ ਜਾਣਨਾ ਕਰੋ। ਏਕ ਰੂਪ ਜਾਣਤ ਸਭ ਲੋਈ, ਹਰ ਕੋਈ ਸੰਸਾਰ ਦੇ ਅੰਦਰ ਜਾਣਦਾ ਹੈ ਕਿ ਨਾਮ ਅਤੇ ਨਾਮੇ ਇੱਕੋ ਹੀ ਰੂਪ ਹਨ। ਰਾਮ ਨਾਮ ਕੀ ਮਹਿਮਾ ਮਹਾ, ਇਸ ਕਰਕੇ ਕਹਿੰਦੇ ਜਿਹੜੇ ਰਮੇ ਹੋਇਆ ਰਾਮ ਹੈ ਨਾ, ਸਭ ਥਾਵਾਂ ਤੇ ਰਮਿਆ ਹੋਇਆ ਪਰਮੇਸ਼ਰ ਹੈ। ਉਸ ਪਰਮੇਸ਼ਰ ਜੀ ਦੇ ਨਾਮ ਦੀ ਮਹਿਮਾ ਬਹੁਤ ਭਾਰੀ ਹੈ, ਬਹੁਤ ਵੱਡੀ ਮਹਿਮਾ ਹੈ। ਰਚੇ ਗ੍ਰੰਥ ਸਾਹਿਬ ਜੀ ਯਹਾਂ, ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਗੁਰਸਿੱਖੋ ਇਸ ਥਾਂ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਚ ਕਰਨਾ ਕਰਾਂਗੇ, ਜਾਂ ਤੇ ਨਾਮ ਰਾਮ ਸਰ ਹੋਵਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਅਸਥਾਨ ਦਾ ਨਾਮ ਆਰਾਮ ਸਰ ਹੋਵੇਗਾ। ਪਾਤਕ ਘਾਤਕ ਮੱਜਤ ਜੋਵਾ, ਤੇ ਜਿਹੜਾ ਵੀ ਕੋਈ ਇਸ ਅਸਥਾਨ ਤੇ ਸਰੋਵਰ ਵਿੱਚੋਂ ਇਸ਼ਨਾਨ ਕਰੇਗਾ, ਉਹਦੇ ਜਨਮਾਂਤਰਾਂ ਦੇ ਪਾਤਕ ਜਿਹੜੇ ਪਾਪ ਹੈ ਨਾ, ਉਹ ਨਸ਼ਟ ਹੋ ਜਾਣਗੇ।
ਉਹ ਮਹਾਰਾਜ ਕਹਿੰਦੇ ਉਜਲ ਜੀਵਨ ਵਾਲਾ ਬਣ ਜਾਵੇਗਾ। ਅਨੇਕਾਂ ਜੀਵ ਦੇ ਕੀਤੇ ਹੋਏ ਜਿਹੜੇ ਪਾਪ ਹੈ ਉਹ ਨਸ਼ਟ ਹੋ ਜਾਣਾ ਕਰਨਗੇ। ਜਿਹੜਾ ਵੀ ਕੋਈ ਭਾਵਨਾ ਦੇ ਨਾਲ ਇਸ ਅਸਥਾਨ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਇਹ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਇਹ 'ਚ ਵਚਨ ਕਰਦਿਆਂ ਹੋਇਆ ਉਸ ਰਾਮਸਰ ਸਾਹਿਬ ਵਾਲੇ ਪਵਿੱਤਰ ਅਸਥਾਨ ਦਾ ਮਹਾਤਮ ਦੱਸ ਰਹੇ ਹੈ ਕਿ ਕਿੰਨਾ ਭਾਰੀ ਫਲ ਉਹ ਸਿੱਖ ਨੂੰ ਮਿਲੇਗਾ ਜਿਹੜਾ ਭਾਵਨਾ ਦੇ ਨਾਲ ਇਸ ਅਸਥਾਨ ਤੇ ਦਰਸ਼ਨ ਦੀਦਾਰੇ ਕਰੇਗਾ ਔਰ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਭਾਵਨਾ ਦੇ ਨਾਲ। ਜਿਹੜੇ ਅੰਮ੍ਰਿਤਸਰ ਸਾਹਿਬ ਵਿੱਚ ਪ੍ਰਮੁੱਖ ਵਿਸ਼ੇਸ਼ ਕਰਕੇ 5 ਸਰੋਵਰ ਹੈ ਨਾ, ਉਹਨਾਂ ਵਿੱਚੋਂ ਇੱਕ ਇਹ ਸਰੋਵਰ ਹੈ ਜਿਹੜਾ ਰਾਮਸਰ ਸਾਹਿਬ ਦਾ ਹੈ। ਜਿਵੇਂ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੈ, ਸਾਧ ਸੰਗਤ ਜੀ ਵਿਵੇਕਸਰ ਸਾਹਿਬ, ਕੌਲਸਰ ਸਾਹਿਬ, ਸੰਤੋਖਸਰ ਸਾਹਿਬ, ਇਸੇ ਤਰ੍ਹਾਂ ਰਾਮਸਰ ਸਾਹਿਬ, ਇਹ 5 ਵਿਸ਼ੇਸ਼ ਕਰਕੇ ਜਿਹੜੇ ਸਰੋਵਰ ਹੈ ਇਹਨਾਂ ਤੇ ਇਸ਼ਨਾਨ ਕਰਨੇ ਦਾ ਬਹੁਤ ਵੱਡਾ ਫਲ, ਬਹੁਤ ਭਾਰੀ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ। ਔਰ ਇਹ ਰਾਮਸਰ ਸਾਹਿਬ ਜਿੱਥੇ ਹਜ਼ੂਰ ਨੇ ਬੈਠ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਤੋਂ ਉਤਾਰਾ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾਉਣਾ ਹੈ, ਉਸ ਅਸਥਾਨ ਦਾ ਮਹਾਰਾਜ ਮਹਾਤਮ ਦੱਸ ਰਹੇ ਹੈ ਕਿ ਗੁਰਸਿੱਖੋ ਜਿਹੜਾ ਵੀ ਕੋਈ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ ਉਹਦੇ ਪਾਪ ਕਰਮ ਲਹਿ ਜਾਣਗੇ। ਸੋ ਇੱਥੋਂ ਤੱਕ ਅੱਜ ਦੇ ਪ੍ਰਸੰਗ ਦੀ ਵਿਚਾਰ ਆਈ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਰਾਮ ਨਾਮ ਕੀ ਮਹਿਮਾ ਮਹਾ, ਰਚੇ ਗ੍ਰੰਥ ਸਾਹਿਬ ਜੀ ਆਹਾ। ਜਾਂ ਤੇ ਨਾਮ ਰਾਮ ਸਰ ਹੋਵਾ, ਪਾਤਕ ਘਾਤਕ ਮੱਜਤ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निदान, जाकै सदा विवेक। हे अपरंपर हर हरे, है पीहो वनहार। हे संतह कै सदा संग, निदारा आधार। हे ठाकुर हौ दासरो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो श्रद्धा कर सेव दे, गुर पार उतारन हार। कथा निता प्रत होत है, सुनहो सो सिंह सुजान। नानक गुरु गोबिंद सिंह जी, सदा करहि कल्याण। नानक गुरु गोबिंद सिंह जी, सदा करहि कल्याण। वाहिगुरु जी का खालसा, वाहिगुरु जी की फतेह।